हालेलुया, प्रेज द लॉर्ड। जय मसीह दी। प्रभु यीशु मसीहा जी ਦੇ ਸਰਵਸ਼ਕਤੀਸ਼ਾਲੀ ਨਾਮ ਦੇ ਵਿੱਚ ਆਪ ਸਭ ਦਾ ਜੀ ਆਇਆਂ ਨੂੰ ਮਸੀਹ ਦੀ ਬੰਦਗੀ ਵੱਲੋਂ, ਚਰਚੋ ਬਹਿਰੀਨ ਦੀ ਵੱਲੋਂ। ਇਸ ਵਕਤ ਜੋ ਤੁਸੀਂ ਸਾਨੂੰ ਆਨਲਾਈਨ ਦੇਖ ਰਹੇ ਹੋ, ਪ੍ਰਭੂ ਯੀਸ਼ੂ ਮਸੀਹਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ और ਬਰਕਤ ਦੇਣ। ਹਾਲੇਲੂਇਆ। ਅੱਜ ਦਾ ਦਿਨ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਪ੍ਰਭੂ ਯੀਸ਼ੂ ਮਸੀਹਾ ਜੀ ਦੀ ਇਬਾਦਤ ਦੇ ਲਈ, ਉਹਨਾਂ ਦੀ ਆਰਾਧਨਾ ਦੇ ਲਈ। ਹਾਲੇਲੂਇਆ। ਸੋ ਅਸੀਂ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹਾ ਜੀ ਦੇ ਕਿਰਪਾ ਦੇ ਦੁਆਰਾ ਅਸੀਂ ਸਾਰੇ ਇਸ ਵਕਤ ਆਨਲਾਈਨ ਇਕੱਠੇ ਹੋਏ ਹਾਂ ਪ੍ਰਭੂ ਯੀਸ਼ੂ ਮਸੀਹਾ ਜੀ ਦੇ ਨਾਮ ਨੂੰ ਮਹਿਮਾ ਦੇਣ ਦੇ ਲਈ। आओ अपनी ਅੱਖਾਂ ਨੂੰ ਬੰਦ ਕਰਦੇ ਹਾਂ, ਸਿਰਾਂ ਨੂੰ ਝੁਕਾਉਂਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਯੀਸ਼ੂ ਮਸੀਹਾ ਜੀ ਦੇ ਸਰਵ ਸ਼ਕਤੀਸ਼ਾਲੀ ਨਾਮ ਦੇ ਵਿੱਚ। ਪ੍ਰਭੂ ਜੀ, ਅਸੀਂ ਧੰਨਵਾਦ ਕਰਦੇ ਹਾਂ ਜੋ ਖੁਦਾਵੰਦ ਤੁਸੀਂ ਸਾਨੂੰ ਇੱਕ ਖੂਬਸੂਰਤ ਮੌਕਾ ਦਿੱਤਾ ਕਿ ਅਸੀਂ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਬੈਠ ਸਕੀਏ, ਤੁਹਾਡੇ ਨਾਮ ਨੂੰ ਮਹਿਮਾ ਦੇ ਸਕੀਏ, ਤੁਹਾਡੇ ਨਾਮ ਦੀ ਵਡਿਆਈ ਕਰ ਸਕੀਏ, ਤੁਹਾਡੇ ਨਾਮ ਨੂੰ ਅਸੀਂ ਆਰਾਧਨਾ ਦੇ ਸਕੀਏ ਪ੍ਰਭੂ ਯੀਸ਼ੂ। ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਯੀਸ਼ੂ ਜੀ ਕਿ ਸਾਨੂੰ ਇੱਕੋ ਹੀ ਨਾਮ ਦਿੱਤਾ ਗਿਆ ਹੈ ਇਸ ਧਰਤੀ ਦੇ ਉੱਤੇ, ਇਨਸਾਨਾਂ ਦੇ ਵਿੱਚ ਪ੍ਰਭੂ ਯੀਸ਼ੂ, ਆਸਮਾਨ ਦੇ ਥੱਲੇ, ਜੋ ਸਾਨੂੰ ਪ੍ਰਭੂ ਯੀਸ਼ੂ ਛੁਟਕਾਰਾ ਦੇ ਸਕਦਾ ਹੈ, ਜੋ ਸਾਨੂੰ ਉਦਾਰ ਦੇ ਸਕਦਾ ਹੈ। ਉਹ ਇੱਕੋ ਹੀ ਨਾਮ ਹੈ, ਉਹ ਹੈ ਪ੍ਰਭੂ ਯੀਸ਼ੂ ਮਸੀਹਾ ਜੀ ਦਾ ਪਵਿੱਤਰ ਨਾਮ। ਪ੍ਰਭੂ ਜੀ, ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਪਵਿੱਤਰ ਨਾਮ ਦੇ ਲਈ ਪ੍ਰਭੂ ਯੀਸ਼ੂ। ਜੋ ਵੀ ਸਾਨੂੰ ਇਸ ਵਕਤ ਦੇਖ ਰਹੇ ਹਨ, ਸੁਣ ਰਹੇ ਹਨ ਪ੍ਰਭੂ ਯੀਸ਼ੂ, ਉਹ ਚਾਹੇ ਕਿਸੇ ਵੀ ਮਾਧਿਅਮ ਦੇ ਰਾਹੀਂ ਸਾਨੂੰ ਦੇਖ ਰਹੇ ਹਨ, ਸੁਣ ਰਹੇ ਹਨ, ਚਾਹੇ ਕਿਸੇ ਵੀ ਉਹ ਜਗ੍ਹਾ ਦੇ ਉੱਤੇ ਹਨ ਪ੍ਰਭੂ ਜੀ, ਚਾਹੇ ਉਹ ਆਪਣੇ ਘਰ ਦੇ ਵਿੱਚ ਹਨ, ਚਾਹੇ ਪ੍ਰਭੂ ਯੀਸ਼ੂ ਆਪਣੇ ਕੰਮ ਕਰਨ ਵਾਲੀ ਜਗ੍ਹਾ ਦੇ ਉੱਤੇ ਹਨ, ਜਿਸ ਜਗ੍ਹਾ ਦੇ ਉੱਤੇ ਵੀ ਹੋ ਪ੍ਰਭੂ ਯੀਸ਼ੂ, ਤੁਹਾਡਾ ਵਚਨ ਕਹਿੰਦਾ ਹੈ ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਤਰ ਹੋਣਗੇ, ਮੈਂ ਉਹਨਾਂ ਦੇ ਵਿਚਕਾਰ ਹੋਵਾਂਗਾ। ਔਰ ਅਸੀਂ ਤੁਹਾਡੇ ਵਾਅਦੇ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਅਸੀਂ ਤੁਹਾਡੇ ਪਵਿੱਤਰ ਵਚਨ ਉੱਤੇ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਡੇ ਸੰਗ ਹੋ, ਤੁਸੀਂ ਸਾਡੇ ਜੋ ਖੁਦਾਵੰਦ ਯੀਸ਼ੂ ਜੋ ਸਾਡੇ ਨਾਲ ਇਸ ਵਕਤ ਆਨਲਾਈਨ ਹੋ, ਤੁਸੀਂ ਉਹਨਾਂ ਦੇ ਨਾਲ ਵੀ ਹੋ ਪ੍ਰਭੂ ਯੀਸ਼ੂ। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਪਵਿੱਤਰ ਹੱਥਾਂ ਸੌਂਪਦੇ ਨੇ ਪ੍ਰਭੂ ਜੀ। ਭਾਈ ਟੀਨੂ ਨੂੰ ਪ੍ਰਭੂ ਯੀਸ਼ੂ, ਜੋ ਖੁਦਾਵੰਦ ਯੀਸ਼ੂ ਕੀਬੋਰਡ ਵਜਾਉਂਦੇ ਹਨ ਪ੍ਰਭੂ ਜੀ, ਉਹਨਾਂ ਨੂੰ ਬਲੈਸ ਕਰੋ ਪ੍ਰਭੂ ਯੀਸ਼ੂ, ਤਾਂ ਕਿ ਤੁਹਾਡੀ ਮਹਿਮਾ ਔਰ ਤੁਹਾਡੀ ਵਡਿਆਈ ਹੋ ਸਕੇ ਪ੍ਰਭੂ ਯੀਸ਼ੂ। ਅਸੀਂ ਆਪਣੇ ਆਪ ਨੂੰ ਵੀ ਦੋਨੇ ਭਾਈ ਤੁਹਾਡੇ ਪਵਿੱਤਰ ਹੱਥਾਂ ਸੌਂਪਦੇ ਨੇ ਪ੍ਰਭੂ ਜੀ, ਔਰ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਪ੍ਰਭੂ ਯੀਸ਼ੂ ਤੁਹਾਡੇ ਪਵਿੱਤਰ ਲਹੂ 'ਚ ਕਵਰ ਕਰਦੇ ਹਾਂ ਪਿਤਾ ਜੀ। ਅੱਜ ਜੋ ਕੋਈ ਬਿਮਾਰ ਹੈ ਯੀਸ਼ੂ ਦੇ ਨਾਮ 'ਚ ਚੰਗਾ ਹੋ ਜਾਵੇ, ਜੋ ਕੋਈ ਵੀ ਪ੍ਰਭੂ ਯੀਸ਼ੂ ਰੋਗਾਂ ਦੇ ਨਾਲ ਹੈ ਪ੍ਰਭੂ ਯੀਸ਼ੂ, ਅੱਜ ਰੋਗਾਂ ਤੋਂ ਆਜ਼ਾਦ ਹੋ ਜਾਵੇ ਪ੍ਰਭੂ ਯੀਸ਼ੂ ਜੀ। ਇਹਨਾਂ ਦੇ ਲਈ ਛੁਟਕਾਰਾ, ਇਹਨਾਂ ਦੇ ਲਈ ਚੰਗਿਆਈ, ਇਹਨਾਂ ਦੇ ਲਈ ਤਰੱਕੀ, ਆਸ਼ੀਸ਼ ਮੈਂ ਮੰਗਦਾ ਹਾਂ ਪ੍ਰਭੂ ਯੀਸ਼ੂ ਜੀ। ਧੰਨਵਾਦ ਕਰਦੇ ਅਸੀਂ ਸਾਰਾ ਸਮਾਂ ਤੁਹਾਡੇ ਹੱਥਾਂ ਸੌਂਪਦੇ ਨੇ ਪ੍ਰਭੂ ਯੀਸ਼ੂ ਜੀ। ਸਾਰਾ ਆਦਰ ਮਹਿਮਾ ਅਸੀਂ ਤੁਹਾਨੂੰ ਹੀ ਦਿੰਦੇ ਹਾਂ ਪ੍ਰਭੂ ਯੀਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਹਾਲੇਲੂਇਆ। ਪ੍ਰਭੂ ਯੀਸ਼ੂ ਦੀ ਵਡਿਆਈ ਔਰ ਉਹਦਾ ਧੰਨਵਾਦ ਕਰਨਾ ਕਿ ਸਾਡੇ ਲਈ ਪ੍ਰਭੂ ਯੀਸ਼ੂ ਨੇ ਸਾਡੇ ਲਈ ਬਹੁਤ ਭਲਾਈ ਦੇ ਕੰਮ ਕੀਤੇ ਹਨ। ਹਾਲੇਲੂਇਆ। ਸੋ ਆਪ ਮਿਲ ਕੇ ਅਸੀਂ ਪ੍ਰਭੂ ਯੀਸ਼ੂ ਦੇ ਲਈ ਗੀਤ ਗਾਉਂਦੇ ਹਾਂ ਔਰ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਥੈਂਕ ਯੂ ਯੀਸ਼ੂ, ਥੈਂਕ ਯੂ ਯੀਸ਼ੂ। सारे दुनिया तेरी है, सब कुछ तूने रचाया है। सारी दुनिया तेरी है, सब कुछ तूने रचाया है। मुझको भी तूने बनाया है, तेरे जैसा किया है। क्या दे सकता हूँ, क्या ला सकता हूँ, कहता तुझे बस शुक्रिया। We thank you Father। क्या दे सकता हूँ, क्या ला सकता हूँ, कहता तुझे बस शुक्रिया 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 तेरा, शुक्रिया 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 यीशु तेरा। शुक्रिया शुक्रिया शुक्रिया
शुक्रिया शुक्रिया तेरा शुक्रिया 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 तेरा शुक्रिया 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 तेरा थैंक यू फादर शुक्रिया 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 यीशु तेरा तुझ में ही मेरी सुबह तुझ में ही मेरी सुबह तुझ में ही हर शाम तुझ में ही करता शुरू हर कोई काम शुक्रिया करता हूँ मैं लेके तेरा नाम आदर और धन्यवाद आज तेरे नाम शुक्रिया शुक्रिया तेरा शुक्रिया 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 यीशु तेरा क्या दे सकता हूँ क्या ला सकता हूँ कहता तुझे बस शुक्रिया क्या दे सकता हूँ क्या ला सकता हूँ कहता तुझे बस शुक्रिया प्रभु को धन्यवाद बोलिए शुक्रिया we thank you Father प्रभु आपको धन्यवाद तेरा we thank you Father शुक्रिया 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 यीशु तेरा शुक्रिया 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 तेरा शुक्रिया 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 तेरा शुक्रिया 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 तेरा शुक्रिया 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 तेरा शुक्रिया 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 यीशु तेरा सारे दुनिया तेरी है सब कुछ तूने रचाया है मुझको भी तूने बनाया है तेरे जैसा किया है सारी दुनिया तेरी है सब कुछ तूने रचाया है मुझको भी तूने बनाया है तेरे जैसा
दे सकता हूँ, क्या ला सकता हूँ, कहता तुझे बस शुक्रिया। ओ क्या दे सकता हूँ, क्या ला सकता हूँ, कहता तुझे बस शुक्रिया। शुक्रिया 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 तेरा शुक्रिया 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 तेरा शुक्रिया 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 तेरा शुक्रिया 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 तेरा। Give your glory. Thank you, Yeshua. Thank you, Yeshua. Thank you, Yeshua. सारी बातों के लिए प्रभु यीशु को धन्यवाद दो। वही धन्यवाद के योग है, वही महिमा के योग है। शुक्रिया शुक्रिया प्रभु यीशु। सारे सृष्टि में तुझ सा कोई नहीं, तुझ छोड़ छोड़ कोई प्रभु ही नहीं। सृष्टि में तुझ सा कोई नहीं, तुझको छोड़ कोई प्रभु है ही नहीं। घुटने में टेकूं बस तेरे सामने, तू है मेरा प्रभु, तू मेरा पिता। हालेलुया 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 हालेलुया। प्यार है तुझसे, प्यार है तुझसे, प्यार है यीशु। प्यार है तुझसे, प्यार है तुझसे, प्यार है मेरा यीशु। हो तेरी स्तुति और आराधना करता हूँ मैं तुझसे प्रार्थना। महिमा से तेरी तू इस जगह को भर, जो भी तू चाहे तू यहाँ पे कर। हालेलुया 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 हालेलुया
Hallelujah, 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 oh, hallelujah, hallelujah, करुणा से तेरी नया दिन दिखाता है, ढाल बनकर मेरी मुझे बचाता है। जब मैं पुकारूं तू दौड़ आता है, जब मैं गिरूं मुझे उठाता है। तुझसे प्यार मेरा यीशु, we love you Father, प्यार है, तुझसे प्यार है, तुझसे प्यार है मेरा यीशु, प्यार है, तुझसे प्यार है, तुझसे प्यार है, we love you Father, यीशु, प्यार है, तुझसे प्यार है, तुझसे प्यार है मेरा यीशु। हो तेरी स्तुति, हो तेरी स्तुति और आराधना करता हूँ मैं तुझसे ये प्रार्थना, महिमा से तेरी तू इस जगह को भर, ओ जो भी तू चाहे तू यहाँ पे कर। Deserve the glory, Father. प्यार है, तुझसे प्यार है, तुझसे प्यार है यीशु, प्यार है, तुझसे प्यार है, तुझसे प्यार है मेरा
प्यार ओ तुझसे प्यार है, तुझसे प्यार है। We love you, Father. थैंक यू यीशु, थैंक यू यीशु। अपने हृदय तो प्रभु यीशु की आराधना करें, वर्शिप, क्योंकि वो ही योग्य है, आराधना दे योग्य, महिमा दे योग्य, अति महान परमेश्वर, पवित्र खुदा प्रभु यीशु, प्रभु यीशु, ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ ਪ੍ਰਭੂ। थैंक यू लॉर्ड, थैंक यू यीशु। प्यार है, तुझसे प्यार, यस लॉर्ड, वी लव यू लॉर्ड, तुझसे प्यार है। क्योंकि तू अपना प्यार ਸਾਡੇ ਨਾਲ ਦਿਖਾਇਆ ਪ੍ਰਭੂ ਉਸ ਕਲਵਰੀ ਕਰੂਸ ਦੇ ਉੱਤੇ ਪ੍ਰਭੂ ਯੀਸ਼ੂ। प्यार है, ਤੁਸੀਂ ਸਾਡੇ ਪਾਪ ਮਾਫ ਕੀਤੇ ਪ੍ਰਭੂ ਔਰ ਸਾਨੂੰ ਪਾਪ ਤੋਂ ਮੁਕਤ ਕਰ ਦਿੱਤਾ ਪ੍ਰਭੂ ਯੀਸ਼ੂ। मेरा है। वी लव यू जीसस, Thank you, Yeshua, God. We lift Yeshua, your name on high. ਯੀਸ਼ੂ। ਤੁਹਾਡੀ ਕਿਰਪਾ ਦੇ ਲਈ, ਤੁਹਾਡੀ ਦਇਆ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ, ਜੋ ਤੁਸੀਂ ਆਰਾਧਨਾ ਦੇ ਵੇਲੇ ਪ੍ਰਭੂ ਯੀਸ਼ੂ ਸਾਡੀ ਸਹਾਇਤਾ ਕੀਤੀ, ਸਾਡੀ ਮਦਦ ਕੀਤੀ ਪ੍ਰਭੂ ਯੀਸ਼ੂ। ਅਸੀਂ ਅੱਗੇ ਆਉਣਾ ਸੰਭਵ ਵੀ ਤੁਹਾਡੇ ਸਮਰਪਣ ਕਰਦੇ ਹਾਂ ਪ੍ਰਭੂ ਜੀ। ਆਪਣੀ ਕਿਰਪਾ ਦੇ ਨਾਲ, ਆਪਣੀ ਦਇਆ ਦੇ ਨਾਲ ਪ੍ਰਭੂ ਯੀਸ਼ੂ ਸਾਡੀ ਸੰਭਾਲ ਕਰਨਾ ਪ੍ਰਭੂ ਜੀ। ਅੱਜ ਦਾ ਵਚਨ ਤੁਹਾਡੀ ਮਹਿਮਾ ਦੇ ਲਈ ਹੋਵੇ ਪ੍ਰਭੂ ਯੀਸ਼ੂ। ਜੋ ਵੀ ਵਚਨ ਨੂੰ ਸੁਣਨ ਪ੍ਰਭੂ ਯੀਸ਼ੂ 100 ਗੁਣਾ ਫਲ ਲੈ ਕੇ ਆਉਣ ਪ੍ਰਭੂ ਯੀਸ਼ੂ। ਔਰ ਅੱਜ ਦਾ ਵਚਨ ਇਹਨਾਂ ਦੇ ਜੀਵਨ ਵਿੱਚ ਬਹੁਤ ਸਾਰਾ ਬਦਲਾਵ ਲੈ ਕੇ ਆਵੇ ਪ੍ਰਭੂ ਜੀ। ਸਾਰੀ ਬਿਮਾਰੀ, ਸਾਰੀ ਲਾਚਾਰੀ ਨੂੰ ਮੈਂ ਬੰਨ੍ਹਣਾ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ। ਹਰ ਤਰ੍ਹਾਂ ਦਾ ਦੁਸ਼ਟ ਆਤਮਾ ਅਸੀਂ ਬੰਨ੍ਹਦੇ ਹਾਂ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ। ਆਪਣੀ ਕਿਰਪਾ ਔਰ ਆਪਣਾ ਅਨੁਗ੍ਰਹਿ ਕਰੋ ਪ੍ਰਭੂ ਯੀਸ਼ੂ ਜੀ। ਅਸੀਂ ਧੰਨਵਾਦ ਕਰਦੇ ਹਾਂ, ਸਾਰਾ ਆਦਰ, ਸਾਰੀ ਮਹਿਮਾ ਅਸੀਂ ਤੁਹਾਨੂੰ ਹੀ ਦਿੰਦੇ ਹਾਂ ਪ੍ਰਭੂ ਯੀਸ਼ੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, 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 ਹਾਲੇਲੂਇਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਦੀ ਆਰਾਧਨਾ ਦੇ ਦੁਆਰਾ ਪ੍ਰਭੂ ਯੀਸ਼ੂ ਨੇ ਤੁਹਾਨੂੰ ਬਲੈਸ ਕੀਤਾ ਹੈ। ਹਾਲੇਲੂਇਆ। ਸਾਡਾ ਪ੍ਰਭੂ ਯੀਸ਼ੂ ਦਿਆਲੂ ਤੇ ਕਿਰਪਾਲੂ ਪਰਮੇਸ਼ਵਰ ਹੈ। ਉਹਦੀ ਦਇਆ ਔਰ ਉਹਦੀ ਕਿਰਪਾ ਸਾਡੇ ਉੱਤੇ ਬਣੀ ਰਹਿੰਦੀ ਹੈ। ਹਾਲੇਲੂਇਆ। ਸੋ ਮੈਂ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਕਹਿੰਦਾ ਹਾਂ ਪ੍ਰਭੂ ਦੇ ਇਸ ਆਨਲਾਈਨ ਬੰਦਗੀ ਦੇ ਵਿੱਚ, ਮਸੀਹ ਦੀ ਪੂਰੀ ਬੰਦਗੀ ਦੇ ਵੱਲੋਂ। ਪ੍ਰਭੂ ਯੀਸ਼ੂ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇ। ਸੋ ਅੱਜ ਦੇ ਪਵਿੱਤਰ ਵਚਨ ਦੇ ਵਿੱਚ ਚੱਲਦੇ ਹਾਂ। ਸੋ ਜਿਵੇਂ ਕਿ ਹਰ ਵਾਰੀ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਦੋਂ ਵੀ ਤੁਸੀਂ ਪ੍ਰਭੂ ਦੇ ਮੂੰਹ ਦੇ ਸ਼ਬਦ ਸੁਣ ਜਾਂਦੇ ਹੋ, ਜਦੋਂ ਵੀ ਤੁਸੀਂ ਉਤੇਜਿਤ ਹੁੰਦੇ ਹੋ ਪ੍ਰਭੂ ਦੇ ਵਚਨਾਂ ਨੂੰ ਸੁਣਨ ਦੇ ਲਈ, ਤਾਂ ਹਰ ਵੇਲੇ ਉਸ ਵੇਲੇ ਆਪਣੇ ਆਪ ਨੂੰ ਪ੍ਰਭੂ ਦੀ ਅੱਗੇ ਰੱਖ ਦਿਆ ਕਰੋ, ਸਮਰਪਣ ਕਰਿਆ ਕਰੋ ਪ੍ਰਭੂ ਯੀਸ਼ੂ ਦੇ ਵਚਨ ਨੂੰ ਪ੍ਰਾਰਥਨਾ ਦੇ ਨਾਲ ਆਪਣੇ ਜੀਵਨ ਦੇ ਵਿੱਚ ਲੈਣ ਦੇ ਲਈ, ਆਪਣੇ ਦਿਲਾਂ ਦੇ ਵਿੱਚ ਲੈਣ ਦੇ ਲਈ, ਤਾਂ ਕਿ ਪ੍ਰਭੂ ਤੁਹਾਡੇ ਨਾਲ ਗੱਲ ਕਰ ਸਕਣ ਔਰ ਤੁਹਾਡੇ ਜੀਵਨ ਨੂੰ ਬਦਲੀ ਕਰ ਸਕਣ। ਹਾਲੇਲੂਇਆ। ਸੋ ਅੱਜ ਦਾ ਜੋ ਵਚਨ ਅਸੀਂ ਪੜ੍ਹਨ ਜਾ ਰਹੇ ਹਾਂ, ਇੱਕ ਕਹਾਣੀ ਦੇ ਵਿੱਚੋਂ ਹੈ, ਯਹੂਨਾ ਦੀ ਅੰਜੀਲ 5 ਅਧਿਆਏ ਦੇ ਵਿੱਚ ਆਪਾਂ ਚੱਲਦੇ ਹਾਂ। ਜਿਨ੍ਹਾਂ ਦੇ ਕੋਲ ਬਾਈਬਲਸ ਹੈ ਉਹ ਆਪਣੀਆਂ ਬਾਈਬਲ ਘਰ ਵਿੱਚ ਹੋ, ਜਿੱਥੇ ਵੀ ਹੋ ਤੁਸੀਂ ਅਗਰ ਓਪਨ ਕਰ ਸਕਦੇ ਹੋ ਤਾਂ ਸਾਡੇ ਨਾਲ ਖੋਲ੍ਹ ਲੈਣ। ਯਹੂਨਾ ਦੀ ਅੰਜੀਲ 5 ਅਧਿਆਏ। ਇਹਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯੀਸ਼ੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਦੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੈਤਯਦਾ ਕਰਕੇ ਸਦਾਉਂਦਾ ਹੈ। ਇਹਦੇ 5 ਦਲਾਨ ਹਨ। ਉਹਨਾਂ ਵਿੱਚ ਰੋਗੀ, ਅੰਨੇ, ਲੰਗੇ ਅਤੇ ਲੂਲੇ ਬਹੁਤ ਸਾਰੇ ਪਏ ਸਨ। ਹਾਲੇਲੂਇਆ। ਔਰ ਉੱਥੇ ਇੱਕ ਮਨੁੱਖ ਸੀ ਜੋ 38 ਵਰਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ। ਉਸ ਨੇ ਯੀਸ਼ੂ ਨੇ ਉਹਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਜੋ ਉਹਨੂੰ ਹੁਣ ਬਹੁਤ ਚਿਰ ਹੋ ਗਿਆ ਹੈ, ਉਹਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉਤਾਰੇ, ਪਰ ਜਦੋਂ ਮੈਂ ਆਪ ਜਾਂਦਾ ਹਾਂ
ਕੋਈ ਹੋਰ ਮੈਥੋਂ ਅੱਗੇ ਉਤਰ ਪੈਂਦਾ ਹੈ। ਯੀਸ਼ੂਆ ਨੇ ਉਹਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਕੇ ਤੁਰ ਪਓ। ਅਤੇ ਉਵੇਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਹਾਲੇਲੂਇਆ। ਤੁਸੀਂ ਸਾਰਿਆਂ ਨੇ ਵਚਨ ਨੂੰ ਸੁਣਿਆ ਹੋਵੇਗਾ। ਯਹੂਨਾ ਦੀ ਅੰਜੀਲ 5 ਅਧਿਆਇ ਦਾ 1 ਵਚਨ ਤੋਂ ਲੈ ਕੇ 9 ਵਚਨ ਤੱਕ ਮੈਂ ਪੜ੍ਹਿਆ ਹੈ। ਆਪਾਂ ਹੌਲੀ ਹੌਲੀ ਇਸ ਵਚਨ ਨੂੰ ਦੇਖਦੇ ਹਾਂ। ਹੁਣ ਇਹਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ। ਯੀਸ਼ੂਆ ਯਰੂਸ਼ਲਮ ਨੂੰ ਗਿਆ। ਹਾਲੇਲੂਇਆ। ਜਦੋਂ ਤੁਸੀਂ ਉੱਪਰਲੀਆਂ ਆਇਤਾਂ ਪੜ੍ਹਦੇ ਹੋ ਤਾਂ ਪ੍ਰਭੂ ਯੀਸ਼ੂਆ ਆਪਣੀ ਸੇਵਕਾਈ ਦੇ ਕੰਮ ਕਰਦੇ ਹੋਏ ਉਹ ਯਰੂਸ਼ਲਮ ਦੇ ਵਿੱਚ ਵੀ ਪਹੁੰਚੇ। ਜਦੋਂ ਯਰੂਸ਼ਲਮ ਦੇ ਵਿੱਚ ਪਹੁੰਚੇ ਤਾਂ ਉੱਥੇ ਤਿਉਹਾਰ ਸੀ ਉਹਨਾਂ ਦਾ। ਉਹਨਾਂ ਦੀ ਰੀਤ ਦੇ ਮੁਤਾਬਿਕ ਸਾਰੇ ਜਿੰਨੇ ਵੀ ਯਹੂਦੀ ਸੀਗੇ ਉਹ ਆਣ ਕੇ ਉੱਥੇ ਆਪਣਾ ਤਿਉਹਾਰ ਮਨਾਉਂਦੇ ਸੀਗੇ। ਤਾਂ ਜਦੋਂ ਯੀਸ਼ੂਆ ਜੀ ਉੱਥੇ ਪਹੁੰਚੇ ਤਾਂ ਇੱਕ ਭੇਡਾਂ ਵਾਲੇ ਦਰਵਾਜ਼ੇ ਦੇ ਕੋਲ ਇੱਕ ਤਾਲ ਸੀ, ਇੱਕ ਤਲਾਬ ਸੀਗਾ, ਜਿਹੜਾ ਇਬਰਾਨੀ ਭਾਸ਼ਾ ਦੇ ਵਿੱਚ ਬੈਤਜਦਾ ਕਰਕੇ ਸਦਾਉਂਦਾ ਸੀ। ਤੇ ਉਹਦੇ 5 ਦਲਾਨ ਸਨ। ਤੇ ਉਸ ਜਗ੍ਹਾ ਦੇ ਉੱਤੇ ਇੱਕ ਤਲਾਬ ਦੇ ਲਾਗੇ ਸਾਰੇ ਜਿੰਨੇ ਵੀ ਰੋਗੀ ਸੀ ਉੱਥੇ ਆਉਂਦੇ ਸੀ। ਬੈਤਜਦਾ ਦਾ ਮਤਲਬ ਹੈ ਕਿ ਦਇਆ ਦਾ ਘਰ। ਔਰ 5 ਦਲਾਨ ਜੋ ਹੈ ਉਹ ਪੁਰਾਣੇ ਨੇਮ ਨੂੰ ਦਰਸਾਉਂਦੇ ਹਨ। ਜਦੋਂ ਪੁਰਾਣੇ ਨੇਮ ਦੇ ਵਿੱਚ ਲੋਕ ਦਇਆ ਨੂੰ ਪਾਲਦੇ ਸੀਗੇ, ਲੋਕ ਮਦਦ ਨੂੰ ਪਾਲਦੇ ਸੀਗੇ, ਉਹਨਾਂ ਨੂੰ ਕੋਈ ਸਹਾਰਾ ਚਾਹੀਦਾ ਸੀਗਾ, ਉਹਨਾਂ ਨੂੰ ਸਵਰਗਦੂਤ ਚਾਹੀਦਾ ਸੀਗਾ। ਕਿਉਂਕਿ ਪੰਜਾਬੀ ਦੀ ਬਾਈਬਲ ਦੇ ਵਿੱਚ 4 ਆਇਤ ਨਹੀਂ ਲਿਖੀ ਹੋਈ। ਅਗਰ ਤੁਸੀਂ ਨੀਚੇ ਇਸ ਦੇ ਦੇਖੋਗੇ ਤਾਂ ਉੱਥੇ ਲਿਖਿਆ ਹੋਇਆ ਹੈ, ਕਿਉਂਕਿ ਸਮੇਂ-ਸਮੇਂ ਪ੍ਰਭੂ ਦਾ ਇੱਕ ਸਵਰਗਦੂਤ ਤਲਾਬ ਵਿੱਚ ਉਤਰ ਕੇ ਪਾਣੀ ਨੂੰ ਹਿਲਾਉਂਦਾ ਸੀ। ਪਾਣੀ ਹਿਲਦੇ ਸਮੇਂ ਜੋ ਕੋਈ ਰੋਗੀ ਵੀ ਪਹਿਲੇ ਪਾਣੀ ਵਿੱਚ ਉਤਰ ਜਾਂਦਾ, ਉਸ ਨੂੰ ਭਾਵੇਂ ਕੋਈ ਬਿਮਾਰੀ ਵੀ ਕਿਉਂ ਨਾ ਹੋਵੇ ਉਹ ਠੀਕ ਹੋ ਜਾਂਦਾ ਸੀ। ਹਾਲੇਲੂਇਆ। ਸੋ ਸਵਰਗਦੂਤ ਸਮੇਂ-ਸਮੇਂ ਦੇ ਉੱਤੇ ਆ ਕੇ ਉਸ ਤਲਾਬ ਨੂੰ, ਉਸ ਪਾਣੀ ਨੂੰ ਹਿਲਾਉਂਦਾ ਸੀ। ਤੇ ਜੋ ਕੋਈ ਵੀ ਪਹਿਲਾਂ ਉੱਥੇ ਜਾ ਕੇ ਉਤਰ ਜਾਂਦਾ ਸੀ ਤਾਂ ਉਹ ਠੀਕ ਹੋ ਜਾਂਦਾ ਸੀ। ਇਹ ਪੁਰਾਣੇ ਸਮੇਂ ਦੇ ਵਿੱਚ ਇਦਾਂ ਸੀ ਕਿ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਲੈ ਕੇ ਜਾਂਦੇ ਸੀ। ਉਹ ਉਡੀਕ ਵਿੱਚ ਰਹਿੰਦੇ ਸੀ। ਜਦੋਂ ਵੀ ਸਵਰਗਦੂਤ ਪਾਣੀ ਨੂੰ ਹਿਲਾਉਂਦਾ ਸੀ ਤਾਂ ਉਹ ਥੱਲੇ ਜਾ ਕੇ ਉਤਰ ਕੇ ਠੀਕ ਹੋ ਜਾਂਦੇ ਸੀ। ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਹੀ ਸੀਗਾ। ਹਾਲੇਲੂਇਆ। ਜਦੋਂ ਅਸੀਂ ਉਸ ਸਮੇਂ ਨੂੰ ਦੇਖਦੇ ਹਾਂ, ਉੱਥੇ ਸਾਨੂੰ ਕਿਸੇ ਨਾ ਕਿਸੇ ਦੀ ਮਦਦ ਦੀ ਲੋੜ ਹੈ। ਸਾਨੂੰ ਕਿਸੇ ਨਾ ਕਿਸੇ ਨੂੰ ਸਾਨੂੰ ਕਿਸੇ ਦਾ ਸਾਥ ਚਾਹੀਦਾ ਹੈ। ਲੇਕਿਨ ਜਦੋਂ ਹੁਣ ਅਸੀਂ ਆਪਣੇ ਆਪ ਨੂੰ ਪ੍ਰਭੂ ਯੀਸ਼ੂਆ ਦੇ ਕੋਲ ਦੇਖਦੇ ਹਾਂ ਤਾਂ ਸਾਨੂੰ ਹੁਣ ਇਸ ਤਰ੍ਹਾਂ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਪ੍ਰਭੂ ਯੀਸ਼ੂਆ ਦੇ ਪਵਿੱਤਰ ਵਚਨ 'ਚ ਲਿਖਿਆ ਹੈ ਕਿ ਪ੍ਰਭੂ ਯੀਸ਼ੂਆ ਦੇ ਮਾਰ ਖਾਣ ਦੇ ਨਾਲ ਅਸੀਂ ਚੰਗੇ ਹੋ ਗਏ ਹਾਂ। ਪ੍ਰਭੂ ਯੀਸ਼ੂਆ ਦੀ ਕਿਰਪਾ, ਪ੍ਰਭੂ ਯੀਸ਼ੂਆ ਦੀ ਦਇਆ ਸਾਡੇ ਉੱਤੇ ਹੈ। ਸਾਨੂੰ ਪਹਿਲਾਂ ਜ਼ਰੂਰਤ ਸੀ ਇਨਸਾਨਾਂ ਦੀ, ਪਹਿਲਾਂ ਜ਼ਰੂਰਤ ਸੀ ਸਵਰਗਦੂਤਾਂ ਦੀ, ਪਰ ਹੁਣ ਡਾਇਰੈਕਟ ਪਰਮੇਸ਼ਵਰ ਸਾਡੇ ਨਾਲ ਗੱਲ ਕਰਦਾ ਹੈ। ਡਾਇਰੈਕਟ ਪਰਮੇਸ਼ਵਰ ਸਾਡੀ ਸ਼ਿਫਾ ਸਾਨੂੰ ਦਿੰਦਾ ਹੈ। ਹਾਲੇਲੂਇਆ। ਜਦੋਂ ਤੁਸੀਂ ਅੱਗੇ ਦੇਖਦੇ ਆ ਕਿ ਉਹਨਾਂ ਵਿੱਚ ਰੋਗੀ, ਅੰਨੇ, ਲੰਗੇ ਅਤੇ ਲੂਲੇ ਬਹੁਤ ਸਾਰੇ ਪਏ ਸਨ। ਔਰ ਇੱਕ ਮਨੁੱਖ ਨੂੰ ਦੇਖੋ, ਉਹਦੇ ਵਿੱਚ ਲਿਖਿਆ ਹੋਇਆ ਇੱਕ ਖਾਸ ਕਰਕੇ ਇੱਕ ਮਨੁੱਖ ਬਾਰੇ ਲਿਖਿਆ ਕਿ 38 ਸਾਲ ਤੱਕ ਉਹ ਮਨੁੱਖ ਆਪਣੇ ਰੋਗ ਦਾ ਮਾਰਿਆ ਪਿਆ ਹੈ। ਤੁਸੀਂ ਖੁਦ ਸੋਚੋ, 1 ਸਾਲ ਨਹੀਂ, 10 ਸਾਲ ਨਹੀਂ, 38 ਸਾਲ ਤੱਕ। ਜਦੋਂ ਅਸੀਂ ਬਾਈਬਲ ਨੂੰ, ਉਹਦੇ ਸੁਸਮਾਚਾਰਾਂ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਪ੍ਰਭੂ ਯੀਸ਼ੂਆ ਦੀ ਸੇਵਕਾਈ ਦੇ ਦਿਨ ਇਸ ਧਰਤੀ ਦੇ ਉੱਤੇ 33 ਸਾਲ ਤੱਕ ਸੀਗੇ। ਇਸ ਮਨੁੱਖ ਨੂੰ ਦੇਖੋ, ਪ੍ਰਭੂ ਯੀਸ਼ੂਆ ਦੇ ਜਨਮ ਲੈਣ ਤੋਂ ਪਹਿਲਾਂ ਦਾ ਉਹ ਇਸ ਰੋਗ ਦਾ ਮਾਰਿਆ ਹੋਇਆ ਇਸ ਤਲਾਬ ਦੇ ਲਾਗੇ ਬੈਠਾ ਹੈ। ਹੋ ਸਕਦਾ ਸ਼ੁਰੂ ਦੇ ਵਿੱਚ ਉਸਦੇ ਰਿਸ਼ਤੇਦਾਰ ਨਾਲ ਆਏ ਹੋਣਗੇ। 1 ਦਿਨ, 1 ਮਹੀਨਾ, 1 ਸਾਲ, 5 ਸਾਲ ਤੱਕ ਉਸਦੇ ਰਿਸ਼ਤੇਦਾਰ ਉਸ ਨੂੰ ਉਸ ਤਲਾਬ ਦੇ ਨਾਲ ਨਜ਼ਦੀਕ ਲੈ ਕੇ ਜਾਂਦੇ ਹੋਣਗੇ, ਪਰ ਹਮੇਸ਼ਾ ਤੱਕ ਉਹ ਸਾਥ ਨਹੀਂ ਰਹੇ। ਉਹ ਆਪਣਾ ਆਮ ਜੀਵਨ ਨਹੀਂ ਜੀ ਸਕਦਾ ਸੀ। ਉਹਦੇ ਸਾਰੇ ਉਹਨੂੰ ਛੱਡ ਕੇ ਚਲੇ ਗਏ। ਹਾਲੇਲੂਇਆ।
ਅਸੀਂ ਵੀ ਕਈ ਵਾਰੀ ਇਸੇ ਹੀ ਜੀਵਨ ਨੂੰ ਬਤੀਤ ਕਰਦੇ ਹਾਂ। ਸਾਡੀ ਵੀ ਕੋਈ ਮੁਸ਼ਕਲ ਹੋ ਸਕਦੀ, ਸਾਡੀ ਵੀ ਕੋਈ ਲਾਈਫ ਦੀ ਪ੍ਰੋਬਲਮ ਹੋ ਸਕਦੀ ਹੈ। ਅਸੀਂ ਵੀ ਲੋਕਾਂ ਦੇ ਮੂੰਹ ਵੱਲ ਦੇਖਦੇ ਹਾਂ, ਰਿਸ਼ਤੇਦਾਰਾਂ ਦੇ ਮੂੰਹ ਵੱਲ ਦੇਖਦੇ ਹਾਂ, ਕੰਪਨੀ ਦੇ ਓਨਰ ਵੱਲ ਦੇਖਦੇ ਹਾਂ, ਆਪਣੀ ਗਵਰਨਮੈਂਟ ਵੱਲ ਦੇਖਦੇ ਹਾਂ। ਹਾਲੇਲੂਇਆ। ਇਸ ਮਨੁੱਖ ਨੂੰ 38 ਸਾਲ ਕੋਈ ਛੋਟਾ ਸਮਾਂ ਨਹੀਂ ਹੈ। 38 ਸਾਲ ਬਹੁਤ ਲੰਬਾ ਸਮਾਂ ਹੈ। ਉਹ ਆਪਣੇ ਰੋਗ ਦਾ ਮਾਰਿਆ ਹੋਇਆ ਉੱਥੇ ਹੀ ਪਿਆ ਹੋਇਆ ਹੈ। ਔਰ ਬਾਈਬਲ 'ਚ ਲਿਖਿਆ 6 ਆਇਤ ਵਿੱਚ ਯੇਸ਼ੂਆ ਨੇ ਉਹਨੂੰ ਪਿਆ ਹੋਇਆ ਵੇਖ ਕੇ, ਇਹ ਜਾਣ ਕੇ ਕਿ ਜੋ ਉਹਨੂੰ ਹੁਣ ਬਹੁਤ ਚਿਰ ਹੋ ਗਿਆ ਹੈ, ਉਹਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। 38 ਸਾਲਾਂ ਦੇ ਮਨੁੱਖ ਨੂੰ ਕਿਸੇ ਹੋਰ ਨੇ ਨਹੀਂ, ਉਸ ਪਰਮੇਸ਼ਵਰ ਨੇ ਦੇਖਿਆ। ਉਹਦੇ ਰਿਸ਼ਤੇਦਾਰ ਵੀ ਸ਼ਾਇਦ ਪਤਾ ਲੈਣਾ ਵੀ ਭੁੱਲ ਗਏ ਹੋਣ, ਸ਼ਾਇਦ ਉਹਨਾਂ ਨੇ ਸੋਚਿਆ ਹੋਵੇ ਉਹ ਮਰ ਖਪ ਗਿਆ ਹੋਣਾ, ਉਹਨੂੰ ਕੱਲਿਆਂ ਛੱਡ ਦਿੱਤਾ। ਸਾਨੂੰ ਵੀ ਸਮਾਜ ਦੇ ਵਿੱਚ, ਜਦੋਂ ਅਸੀਂ ਸਮਾਜ ਦੀ ਵੱਲ ਦੇਖਦੇ ਹਾਂ, ਸੰਸਾਰ ਦੀ ਵੱਲ ਦੇਖਦੇ ਹਾਂ, ਸੰਸਾਰ ਸਾਨੂੰ ਛੱਡ ਦਿੰਦਾ ਹੈ, ਸਾਨੂੰ ਤਿਆਗ ਦਿੰਦਾ ਹੈ, ਸਾਡੇ ਹਾਲਾਤਾਂ ਦੇ ਉੱਤੇ ਸਾਨੂੰ ਛੱਡ ਦਿੰਦਾ ਹੈ। ਪਰ ਮੈਂ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ, ਇੱਕ ਪਰਮੇਸ਼ਵਰ ਹੈ ਜੋ ਅੱਜ ਵੀ ਤੁਹਾਡੇ ਵੱਲ ਦੇਖਦਾ ਹੈ, ਜੋ ਅੱਜ ਵੀ ਤੁਹਾਨੂੰ ਸੁਣਦਾ ਹੈ। ਚਾਹੇ ਕਿੰਨੇ ਸਾਲ ਤੋਂ ਤੁਸੀਂ ਬਿਮਾਰੀ 'ਚ ਹੋ, ਚਾਹੇ ਕਿੰਨੇ ਸਾਲ ਤੋਂ ਤੁਸੀਂ ਗਰੀਬੀ ਦੇ ਵਿੱਚ ਹੋ, ਚਾਹੇ ਕਿੰਨੇ ਸਾਲਾਂ ਤੋਂ ਤੁਸੀਂ ਆਪਣੀਆਂ ਮੁਸ਼ਕਲਾਂ ਦੇ ਨਾਲ ਲੜ ਕੇ ਅੱਜ ਤੁਹਾਡਾ ਪਰਿਵਾਰ, ਤੁਹਾਡਾ ਰਿਸ਼ਤੇਦਾਰ ਤੁਹਾਨੂੰ ਛੱਡ ਕੇ ਸ਼ਾਇਦ ਸਾਈਡ ਤੇ ਹੋ ਗਿਆ, ਸ਼ਾਇਦ ਤੁਹਾਨੂੰ ਕੱਲਿਆਂ ਤੁਹਾਡੇ ਹਾਲਾਤਾਂ ਤੇ ਛੱਡ ਦਿੱਤਾ, ਜਿਵੇਂ ਇਸ 38 ਸਾਲ ਦੇ ਮਨੁੱਖ ਦੇ ਨਾਲ ਹੋਇਆ। ਉਸ ਦੇ ਰਿਸ਼ਤੇਦਾਰ ਚਲੇ ਗਏ, ਉਸ ਦੇ ਸੰਗੀ ਸਾਥੀ ਚਲੇ ਗਏ, ਉਸ ਦਾ ਕੋਈ ਪਤਾ ਲੈਣ ਵੀ ਨਹੀਂ ਆਉਂਦਾ, ਉਸ ਨੂੰ ਵੀ ਕੋਈ ਉਮੀਦ ਨਹੀਂ ਹੈ। ਲੇਕਿਨ ਇੱਕ ਪਰਮੇਸ਼ਵਰ ਹੈ, ਪ੍ਰਭੂ ਯੇਸ਼ੂਆ ਮਸੀਹਾ, ਉਹ ਤੁਹਾਨੂੰ ਦੇਖਦਾ ਹੈ, ਉਹ ਤੁਹਾਨੂੰ ਜਾਣਦਾ ਹੈ, ਉਹ ਤੁਹਾਡੇ ਦਿਲਾਂ ਨੂੰ ਜਾਂਚਦਾ ਹੈ, ਉਹ ਤੁਹਾਡੇ ਹਾਲਾਤਾਂ ਨੂੰ ਵੀ ਜਾਣਦਾ ਹੈ। ਅੱਜ ਉਸ ਦੇ ਸਾਹਮਣੇ ਆਓ, ਅੱਜ ਆਪਣੇ ਹਾਲਾਤਾਂ ਨੂੰ ਉਸ ਦੇ ਸਾਹਮਣੇ ਰੱਖੋ। ਅਗਰ ਇਸ ਆਇਤ ਨੂੰ ਆਪਾਂ ਗੌਰ ਦੇ ਨਾਲ ਦੇਖੀਏ, ਜਦੋਂ ਅਸੀਂ ਦੇਖਿਆ ਕਿ ਰੋਗ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਇਹ ਮਨੁੱਖ 38 ਸਾਲ ਤੋਂ ਪਿਆ ਹੋਇਆ ਸੀ। ਬਾਈਬਲ ਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ ਤਾਂ ਇਹ ਸੰਸਾਰ ਬਹੁਤ ਲੰਬੇ ਸਮੇਂ ਤੋਂ ਪਾਪ ਦੇ ਵਿੱਚ ਡੁੱਬਿਆ ਹੋਇਆ ਸੀ। ਇਹ ਸੰਸਾਰ ਲੰਬੇ ਸਮੇਂ ਤੋਂ ਆਪਣੀਆਂ ਮਰਜ਼ੀਆਂ ਦੇ ਨਾਲ ਚੱਲਦਾ ਆ ਰਿਹਾ ਸੀ। ਇਹ ਸੰਸਾਰ ਲੰਬੇ ਸਮੇਂ ਤੋਂ ਮਨੁੱਖਾਂ ਦੇ ਉੱਤੇ ਭਰੋਸਾ ਕਰਦਾ ਆ ਰਿਹਾ ਸੀ ਤਾਂ ਕਿ ਉਹ ਪਰਮੇਸ਼ਵਰ ਦੇ ਨਾਲ ਮੇਲ ਕਰ ਸਕੇ। ਉਹ ਪਾਪ ਦੇ ਵਿੱਚ ਡੁੱਬਦਾ ਰਿਹਾ। ਪਾਪ ਨੇ ਉਹਨੂੰ ਹੋਰ ਵੀ ਦਬਾ ਲਿਆ, ਜਿਵੇਂ 38 ਸਾਲਾਂ ਦੇ ਬੰਦੇ ਦੇ ਨਾਲ ਹੋਇਆ। ਉਹਦਾ ਰੋਗ ਉਹਨੂੰ ਇੱਥੇ ਤੱਕ ਵੀ ਉਹਨੂੰ ਹਿੰਮਤ ਨਹੀਂ ਦੇ ਰਿਹਾ ਸੀ ਕਿ ਉੱਠ ਕੇ ਉਹ ਤਲਾਬ ਤੱਕ ਜਾ ਸਕੇ। ਇਸੇ ਤਰ੍ਹਾਂ ਹੀ ਸੰਸਾਰ ਦਾ ਪਾਪ ਇੰਨਾ ਵੱਧ ਗਿਆ ਸੀ ਕਿ ਉਹ ਪਰਮੇਸ਼ਵਰ ਦੇ ਸਨਮੁਖ ਆ ਨਹੀਂ ਸੀ ਸਕਦਾ। ਸੰਸਾਰ ਮਤਲਬੀ ਹੋ ਗਿਆ ਸੀ। ਸੰਸਾਰ ਦੀ ਲੋਕ ਇੱਕ ਦੂਸਰੇ ਦੇ ਖਿਲਾਫ ਹੋ ਗਏ। ਉਹਨਾਂ ਨੇ ਆਪਣੇ ਮਨ ਦੇ ਪਰਮੇਸ਼ਵਰ ਚੁਣ ਲਏ। ਉਹਨੇ ਸੰਸਾਰ ਦੀ ਰਚਨਾ ਕਰਨ ਵਾਲੇ ਪਰਮੇਸ਼ਵਰ ਨੂੰ ਤਿਆਗ ਕੇ ਆਪਣੇ ਹੱਥਾਂ ਦੇ ਬਣਾਏ ਹੋਏ ਦੇਵਤਿਆਂ ਨੂੰ ਪੂਜਣਾ ਪਸੰਦ ਕੀਤਾ। ਪਰ ਚਾਹੇ ਮਨੁੱਖ ਨੇ, ਚਾਹੇ ਸੰਸਾਰ ਨੇ ਪਰਮੇਸ਼ਵਰ ਨੂੰ ਤਿਆਗ ਦਿੱਤਾ ਸੀਗਾ, ਪਰ ਪਰਮੇਸ਼ਵਰ ਨੇ ਸੰਸਾਰ ਨੂੰ ਨਹੀਂ ਤਿਆਗਿਆ ਸੀਗਾ। ਲਗਭਗ 2021 ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਪਰਮੇਸ਼ਵਰ ਮਨੁੱਖ ਬਣ ਕੇ ਆਇਆ। ਉਹ ਪਰਮੇਸ਼ਵਰ ਨੇ ਜਿਵੇਂ ਇਸ 38 ਸਾਲ ਦੇ ਮਨੁੱਖ ਨੂੰ ਦੇਖਿਆ ਕਿ ਬਹੁਤ ਸਮੇਂ ਤੋਂ ਇਹ ਰੋਗ ਦਾ ਮਾਰਿਆ ਪਿਆ ਹੋਇਆ ਹੈ, ਉਸੇ ਤਰ੍ਹਾਂ ਪਰਮੇਸ਼ਵਰ ਨੇ ਸਵਰਗ ਤੋਂ ਸੰਸਾਰ ਨੂੰ ਦੇਖਿਆ ਕਿ ਸੰਸਾਰ ਪਾਪ ਦਾ ਮਾਰਿਆ ਪਿਆ ਹੈ। ਲੋਕ ਮਰ ਰਹੇ ਹਨ ਇੱਕ ਐਸੀ ਭੇਡਾਂ ਦੀ ਤਰ੍ਹਾਂ ਜਿਨ੍ਹਾਂ ਦਾ ਕੋਈ ਆਜੜੀ ਨਹੀਂ ਹੈ। ਹਾਲੇਲੂਇਆ। ਉਹ ਸਵਰਗ ਦਾ ਪਰਮੇਸ਼ਵਰ, ਉਹ ਪਰਮੇਸ਼ਵਰ ਜੋ ਅਣਦੇਖਿਆ ਹੈ, ਉਹ ਪਿਤਾ
ਉਹ ਪ੍ਰਭੂ ਯੇਸ਼ੂਆ ਦਾ ਰੂਪ ਧਾਰ ਕੇ ਇਸ ਸੰਸਾਰ ਦੇ ਵਿੱਚ ਆਇਆ। ਜਿਵੇਂ ਉਸਨੇ ਉਸ 38 ਸਾਲਾਂ ਦੇ ਬੰਦੇ ਨੂੰ ਕਿਹਾ, ਅੱਗੇ ਤੁਸੀਂ ਜਦੋਂ ਪੜੋਗੇ, ਉਸ ਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਪ੍ਰਭੂ ਯੇਸ਼ੂਆ ਉਸ ਦੇ ਮਰਮ ਨੂੰ ਜਾਣਦਾ ਹੈ, ਪ੍ਰਭੂ ਯੇਸ਼ੂਆ ਦੇ ਰੋਗਾਂ ਨੂੰ ਜਾਣਦਾ ਹੈ, ਕਿਉਂਕਿ ਉਹ ਦੇ ਰੋਗਾਂ ਦਾ ਇਲਾਜ ਕਰਨਾ ਚਾਹੁੰਦਾ ਹੈ। ਉਸੇ ਤਰ੍ਹਾਂ ਸੰਸਾਰ ਜਦੋਂ ਪਾਪ ਦੇ ਵਿੱਚ ਡੁੱਬਿਆ ਪਿਆ ਸੀ, ਪ੍ਰਭੂ ਯੇਸ਼ੂਆ ਇਸੇ ਕਰਕੇ ਧਰਤੀ ਤੇ ਆਇਆ ਕਿ ਪਾਪ ਨੂੰ ਖਤਮ ਕਰਕੇ ਇਨਸਾਨ ਨੂੰ ਨਵੇਂ ਜੀਵਨ ਵਿੱਚ ਲੈ ਕੇ ਜਾਵੇ। ਅੱਜ ਤੁਹਾਨੂੰ ਪ੍ਰਭੂ ਦਾ ਵਚਨ ਪੁੱਛਦਾ ਹੈ ਕਿ ਤੁਸੀਂ ਪਾਪ ਨੂੰ ਛੱਡ ਕੇ ਪਰਮੇਸ਼ਵਰ ਦੀ ਵੱਲ ਆਉਣਾ ਚਾਹੁੰਦੇ ਹੋ, ਕਿ ਤੁਸੀਂ ਚੰਗੇ ਹੋਣਾ ਚਾਹੁੰਦੇ ਹੋ, ਕਿ ਤੁਸੀਂ ਪਾਪ ਤੋਂ ਆਜ਼ਾਦੀ ਚਾਹੁੰਦੇ ਹੋ, ਤੁਸੀਂ ਰੋਗਾਂ ਤੋਂ ਆਜ਼ਾਦੀ ਚਾਹੁੰਦੇ ਹੋ, ਸ਼ੈਤਾਨ ਦੇ ਹੱਥਾਂ ਤੋਂ ਨਿਕਲ ਕੇ ਪਰਮੇਸ਼ਵਰ ਦੇ ਹੱਥਾਂ 'ਚ ਆਉਣਾ ਚਾਹੁੰਦੇ ਹੋ, ਪ੍ਰਭੂ ਯੇਸ਼ੂਆ ਦੇ ਹੱਥਾਂ 'ਚ ਆਉਣਾ ਚਾਹੁੰਦੇ ਹੋ। ਹਾਲੇਲੂਇਆ, ਹਾਲੇਲੂਇਆ। ਜਦੋਂ ਇਸ 38 ਸਾਲਾਂ ਦੇ ਬੰਦੇ ਨੂੰ ਪ੍ਰਭੂ ਯੇਸ਼ੂਆ ਨੇ ਪੁੱਛਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ, ਉਸਨੇ ਕੀ ਉੱਤਰ ਦਿੱਤਾ? ਕਿਉਂਕਿ ਉਹਦੀ ਸੋਚ, ਉਹਦਾ ਕਰੈਕਟਰ, ਉਹਦਾ ਸੁਭਾਅ ਅਜੇ ਤੱਕ ਵੀ ਉਹ ਪੁਰਾਣਾ ਸੀਗਾ। ਕੀ ਕਹਿ ਰਿਹਾ ਹੋ? ਪ੍ਰਭੂ ਮੇਰੇ ਨਾਲ ਕੋਈ ਨਹੀਂ ਹੈ, ਮੈਂ ਇਕੱਲਾ ਹਾਂ, ਮੇਰੇ 'ਚ ਇੰਨੀ ਤਾਕਤ ਨਹੀਂ ਹੈ, ਜਾਂ ਮੇਰੇ ਨਾਲ ਕੋਈ ਨਹੀਂ ਹੈ ਕਿ ਕੋਈ ਮੈਨੂੰ ਇਸ ਤਲਾਬ ਦੇ ਕੋਲ ਲੈ ਕੇ ਜਾਵੇ ਤਾਂ ਕਿ ਮੈਂ ਉਹਦੇ ਪਾਣੀ ਵਿੱਚ ਜਾ ਕੇ ਚੰਗਾ ਹੋ ਜਾਵਾਂ। ਅੱਜ ਤੁਸੀਂ ਵੀ ਸ਼ਾਇਦ ਸੋਚਦੇ ਹੋ ਕਿ ਪਾਪ ਇੰਨਾ ਭਰ ਚੁੱਕਾ ਹੈ ਮੇਰੇ ਅੰਦਰ, ਕੋਈ ਨਹੀਂ ਹੈ ਮੈਨੂੰ ਛਡਾਉਣ ਵਾਲਾ, ਕੋਈ ਨਹੀਂ ਹੈ ਮੈਨੂੰ ਰਸਤਾ ਦਿਖਾਉਣ ਵਾਲਾ। ਪਰ ਬਾਈਬਲ ਦੇ ਵਿੱਚ ਲਿਖਿਆ, ਪ੍ਰਭੂ ਯੇਸ਼ੂਆ ਨੇ ਕਿਹਾ, ਰਾਹ, ਸੱਚ ਤੇ ਜੀਵਨ ਮੈਂ ਹਾਂ। ਜੋ ਕੋਈ ਮੇਰੇ ਪਿੱਛੇ ਚੱਲੇਗਾ, ਅੰਧਕਾਰ ਉਹਦੇ ਉੱਤੇ ਅਧਿਕਾਰ ਨਹੀਂ ਰੱਖ ਸਕੇਗਾ। ਤੁਸੀਂ ਅੱਜ ਪਾਪ ਤੋਂ ਮੁਕਤੀ ਚਾਹੁੰਦੇ ਹੋ, ਤੁਸੀਂ ਅੱਜ ਪਾਪ ਤੋਂ ਆਪਣੇ ਆਪ ਨੂੰ ਆਜ਼ਾਦ ਚਾਹੁੰਦੇ ਹੋ, ਤੁਸੀਂ ਪਾਪਾਂ ਨੂੰ ਛੱਡ ਕੇ, ਤੁਸੀਂ ਆਪਣੇ ਉਹਨਾਂ ਕੰਮਾਂ ਨੂੰ ਛੱਡ ਕੇ ਪ੍ਰਭੂ ਯੇਸ਼ੂਆ ਦੇ ਪਿੱਛੇ ਚੱਲਣਾ ਚਾਹੁੰਦੇ ਹੋ, ਪ੍ਰਭੂ ਯੇਸ਼ੂਆ ਨੂੰ ਆਪਣਾ ਉਧਾਰਕਰਤਾ ਮੰਨਣਾ ਚਾਹੁੰਦੇ ਹੋ, ਤਾਂ ਬਾਈਬਲ ਦੇ ਵਿੱਚ ਪਰਮੇਸ਼ਵਰ ਦਾ ਵਚਨ ਤੁਹਾਨੂੰ ਪੁੱਛ ਰਿਹਾ ਹੈ ਕਿ ਤੁਸੀਂ ਚੰਗਾ ਹੋਣਾ ਚਾਹੁੰਦੇ ਹੋ? ਕੀ ਤੁਸੀਂ ਪ੍ਰਭੂ ਯੇਸ਼ੂਆ ਨੂੰ ਆਪਣਾ ਜੀਵਨ ਦੇਣਾ ਚਾਹੁੰਦੇ ਹੋ? ਇਹ ਛੱਡ ਦੋ ਗੱਲਾਂ ਕਿ ਤੁਹਾਨੂੰ ਕੌਣ ਬਚਾਏਗਾ, ਕੌਣ ਤੁਹਾਡੇ ਨਾਲ ਖੜਾ ਰਹੇਗਾ। ਕੋਈ ਵੀ ਨਹੀਂ। ਪ੍ਰਭੂ ਯੇਸ਼ੂਆ ਜਦੋਂ ਤੁਹਾਡੇ ਨਾਲ ਖੜਾ ਹੈ, ਜਦੋਂ ਇਹ 38 ਸਾਲਾਂ ਦੇ ਬੰਦੇ ਦੇ ਨਾਲ ਪ੍ਰਭੂ ਯੇਸ਼ੂਆ ਦੇ ਕੋਲ ਖੜਾ ਹੈ, ਪ੍ਰਭੂ ਯੇਸ਼ੂਆ ਨੇ ਉਹਨੇ ਕਿਹਾ, ਤੈਨੂੰ ਕੋਈ ਬੰਦੇ ਦੀ ਲੋੜ ਨਹੀਂ, ਤੈਨੂੰ ਤਲਾਬ ਦੀ ਲੋੜ ਨਹੀਂ, ਕੋਈ ਸਵਰਗਦੂਤ ਉਤਰਨ ਦੀ ਲੋੜ ਨਹੀਂ, ਉੱਠ ਔਰ ਆਪਣੀ ਮੰਜੀ ਚੁੱਕ। ਹਾਲੇਲੂਇਆ। ਅੱਜ ਪ੍ਰਭੂ ਤੁਹਾਨੂੰ ਹੀ ਕਹਿ ਰਿਹਾ ਹੈ, ਤੁਹਾਨੂੰ ਕਿਸੇ ਇਨਸਾਨ ਦੀ ਲੋੜ ਨਹੀਂ, ਤੁਹਾਨੂੰ ਕਿਸੇ ਦੇ ਆਪਣੀਆਂ ਅੱਖਾਂ ਲਾਉਣ ਦੀ ਲੋੜ ਨਹੀਂ, ਕੋਈ ਰੀਤੀ ਰਿਵਾਜ ਦੀ ਲੋੜ ਨਹੀਂ, ਕੋਈ ਜਾਤੀ ਦੀ ਲੋੜ ਨਹੀਂ, ਕੋਈ ਰੰਗ ਦੀ ਲੋੜ ਨਹੀਂ। ਚੰਗਾ ਹੋਣਾ ਚਾਹੁੰਦੇ ਹੋ, ਪਾਪ ਤੋਂ ਆਜ਼ਾਦੀ ਚਾਹੁੰਦੇ ਹੋ, ਉੱਠ ਔਰ ਪ੍ਰਭੂ ਯੇਸ਼ੂਆ ਨੂੰ ਆਪਣਾ ਜੀਵਨ ਸੌਂਪ ਦੇ। ਹਾਲੇਲੂਇਆ। ਪ੍ਰਭੂ ਯੇਸ਼ੂਆ ਤੁਹਾਨੂੰ ਪੁਕਾਰਦਾ ਹੈ, ਪ੍ਰਭੂ ਯੇਸ਼ੂਆ ਤੁਹਾਨੂੰ ਪਾਪ ਤੋਂ ਮੁਕਤ ਕਰਨਾ ਚਾਹੁੰਦਾ ਹੈ, ਪ੍ਰਭੂ ਯੇਸ਼ੂਆ ਤੁਹਾਨੂੰ ਤੁਹਾਡੀ ਬਿਮਾਰੀ ਤੋਂ ਮੁਕਤ ਕਰਨਾ ਚਾਹੁੰਦਾ ਹੈ। ਉਹ ਤੁਹਾਡੇ ਨਾਲ ਜੋ ਤੁਸੀਂ ਆਪਣਾ ਰਿਸ਼ਤਾ ਪ੍ਰਭੂ ਯੇਸ਼ੂਆ ਦੇ ਨਾਲ ਗਵਾ ਚੁੱਕੇ ਹੋ, ਤੋੜ ਚੁੱਕੇ ਹੋ, ਪ੍ਰਭੂ ਯੇਸ਼ੂਆ ਅੱਜ ਫਿਰ ਉਸ ਰਿਸ਼ਤੇ ਨੂੰ ਦੁਬਾਰਾ ਬਣਾਉਣਾ ਚਾਹੁੰਦਾ ਹੈ। ਜੋ ਤੁਸੀਂ ਆਪਣੇ ਰਚੇਤਾ, ਆਪਣੇ ਰਚਨਾ ਕਰਨ ਵਾਲੇ ਪਰਮੇਸ਼ਵਰ ਪ੍ਰਭੂ ਯੇਸ਼ੂਆ ਤੋਂ ਦੂਰ ਹੋ ਕੇ ਆਪਣੇ ਮਨ ਦੇ ਸੋਚਾਂ ਦੇ ਨਾਲ ਬਣੇ ਹੋਏ ਦੇਵਤਿਆਂ ਨੂੰ ਪੂਜਿਆ, ਅੱਜ ਪ੍ਰਭੂ ਯੇਸ਼ੂਆ ਤੁਹਾਨੂੰ ਪੁਕਾਰਦੇ ਹਨ, ਪ੍ਰਭੂ ਯੇਸ਼ੂਆ ਤੁਹਾਨੂੰ ਬੁਲਾਉਂਦੇ ਹਨ। ਹਾਲੇਲੂਇਆ, ਹਾਲੇਲੂਇਆ। ਉੱਠ ਔਰ ਆਪਣੀ ਮੰਜੀ ਚੁੱਕ, ਪ੍ਰਭੂ ਯੇਸ਼ੂਆ ਦੇ ਨਾਲ ਹੋ ਜਾਓ, ਪ੍ਰਭੂ ਯੇਸ਼ੂਆ ਨੂੰ ਆਪਣਾ ਜੀਵਨ ਸੌਂਪ ਦਿਓ, ਪ੍ਰਭੂ ਯੇਸ਼ੂਆ ਦੇ ਨਾਲ ਆਪਣਾ ਜੀਵਨ ਬਤੀਤ ਕਰੋ। ਔਰ ਬਾਈਬਲ ਦੇ ਵਿੱਚ ਅਗਲੀ ਆਇਤ 'ਚ ਲਿਖਿਆ ਹੋਇਆ 9 ਦੇ ਵਿੱਚ, ਅਤੇ ਉਵੇਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਹਾਲੇਲੂਇਆ, ਹਾਲੇਲੂਇਆ। ਉਹਦੇ ਪਾਪ, ਉਹਦੀ ਬਿਮਾਰੀ, ਉਹਦੇ ਰੋਗ ਸਭ ਦੇ ਸਭ ਚੰਗੇ ਹੋ ਗਏ ਜਦੋਂ ਉਹਨੇ ਮਨ ਬਣਾਇਆ, ਜਦੋਂ ਉਹਨੇ ਪ੍ਰਭੂ ਦਾ ਵਚਨ ਸੁਣਿਆ ਕਿ ਪ੍ਰਭੂ ਯੇਸ਼ੂਆ ਮੈਨੂੰ ਬੁਲਾਉਂਦਾ ਹੈ, ਪ੍ਰਭੂ ਯੇਸ਼ੂਆ ਨੇ ਮੈਨੂੰ ਕਿਹਾ ਉੱਠ। ਉਹਨੇ ਵਿਸ਼ਵਾਸ ਕੀਤਾ। ਅੱਜ ਤੁਹਾਨੂੰ ਵੀ ਕੁਝ ਵੀ ਕਰਨ ਦੀ ਲੋੜ ਨਹੀਂ ਹੈ, ਸਿਰਫ ਵਿਸ਼ਵਾਸ ਕਰੋ
ਕਿ ਪ੍ਰਭੂ ਯੇਸ਼ੂਆ ਤੁਹਾਡੇ ਲਈ ਕਰੂਸ ਉੱਤੇ ਬਲੀਦਾਨ ਹੋਇਆ, ਉਹਦੀ ਪਿੱਠ ਉੱਤੇ ਤੁਹਾਡੇ ਰੋਗਾਂ ਦੇ ਲਈ ਕੋੜੇ ਮਾਰੇ ਗਏ, ਉਸ ਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਹਿਨਾਇਆ ਗਿਆ, ਉਸ ਦੇ ਹੱਥਾਂ ਪੈਰਾਂ ਦੇ ਵਿੱਚ ਕਿੱਲ ਠੋਕੇ ਗਏ। ਵਿਸ਼ਵਾਸ ਕਰੋ ਕਿ ਉਹ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਕਬਰ ਵਿੱਚ ਗੱਡਿਆ ਗਿਆ, ਔਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ, ਔਰ ਵਿਸ਼ਵਾਸ ਕਰੋ ਕਿ ਉਹ ਤੀਸਰੇ ਦਿਨ ਜਿੰਦਾ ਹੋ ਗਿਆ ਔਰ ਅੱਜ ਵੀ ਜਿੰਦਾ ਹੈ। ਹਾਲੇਲੂਇਆ। ਵਿਸ਼ਵਾਸ ਕਰੋ, ਕੇਵਲ ਤੁਹਾਡੀ ਮੁਕਤੀ, ਤੁਹਾਡਾ ਉਦਾਰ, ਤੁਹਾਡੇ ਪਾਪ ਤੋਂ ਆਜ਼ਾਦੀ ਪ੍ਰਭੂ ਯੇਸ਼ੂਆ ਤੁਹਾਨੂੰ ਦਿੰਦਾ ਹੈ। ਸਿਰਫ ਵਿਸ਼ਵਾਸ ਕਰੋ, ਸਿਰਫ ਵਿਸ਼ਵਾਸ ਕਰੋ। ਵਿਸ਼ਵਾਸ ਦੇ ਨਾਲ ਹੀ ਇਸ 38 ਸਾਲਾਂ ਦੇ ਬੰਦੇ ਦੀ ਰੋਗ ਉਹਨੂੰ ਛੱਡ ਕੇ ਚਲੇ ਗਏ। ਉਹ ਤਕੜਾ ਹੋ ਗਿਆ। ਜੋ ਪਾਪ ਦੇ ਨਾਲ ਤੁਹਾਡੀ ਆਤਮਾ ਬੋਝ ਥੱਲੇ ਦੱਬੀ ਹੋਈ ਹੈ, ਪ੍ਰਭੂ ਯੇਸ਼ੂਆ ਕਹਿੰਦਾ ਆਪਣਾ ਬੋਝ ਮੈਨੂੰ ਦਿਓ। ਔਰ ਯਾਦ ਕਰੋ ਉਸ ਕਰੂਸ ਨੂੰ, ਵਿਸ਼ਵਾਸ ਕਰੋ ਉਸ ਕਰੂਸ ਦੇ ਉੱਤੇ ਤੁਹਾਡੀ ਖਾਤਰ ਪ੍ਰਭੂ ਯੇਸ਼ੂਆ ਨੇ ਸਾਰੇ ਪਾਪ ਮਾਫ ਕਰ ਦਿੱਤੇ। ਹਾਲੇਲੂਇਆ। ਔਰ ਤੁਹਾਨੂੰ ਆਜ਼ਾਦ ਕੀਤਾ ਹੈ। ਇਸੇ 38 ਸਾਲਾਂ ਦੇ ਉਸ ਬੰਦੇ ਦੇ ਜੀਵਨ ਨੂੰ ਦੇਖੋ। ਉਹ ਰੋਗ ਜੋ ਉਹਨੂੰ ਛੱਡ ਕੇ ਨਹੀਂ ਜਾ ਰਹੇ ਸੀ, ਇੱਕ ਸੈਕਿੰਡ ਦੇ ਵਿੱਚ ਪ੍ਰਭੂ ਯੇਸ਼ੂਆ ਦੇ ਹੁਕਮ ਔਰ ਉਸ ਮਨੁੱਖ ਦੇ ਵਿਸ਼ਵਾਸ ਨੇ, ਜੋ ਉਹਨੇ ਪ੍ਰਭੂ ਯੇਸ਼ੂਆ ਦੇ ਵਚਨ ਉੱਤੇ ਕੀਤਾ, ਉਹਦੇ ਸਾਰੇ ਰੋਗ ਉਹਨੂੰ ਛੱਡ ਕੇ ਚਲੇ ਗਏ। ਔਰ ਉਹਦੇ ਅੰਦਰ ਇੱਕ ਤਾਕਤ ਆ ਗਈ, ਜਿਹੜੀ ਤਾਕਤ ਨੇ ਉਹਨੂੰ ਖੜਾ ਕਰ ਦਿੱਤਾ, ਜਿਹੜੀ ਤਾਕਤ ਨੇ ਉਹਨੂੰ ਖੜਾ ਕਰ ਦਿੱਤਾ। ਆਪਣੀ ਮੰਜੀ ਚੁੱਕ ਕੇ ਤੁਰ ਪਿਆ। ਅੱਜ ਤੁਹਾਡੀ ਵਾਰੀ ਹੈ। ਅੱਜ ਪ੍ਰਭੂ ਯੇਸ਼ੂਆ ਦਾ ਵਚਨ ਤੁਹਾਨੂੰ ਪੁਕਾਰ ਕੇ ਕਹਿੰਦਾ ਹੈ, ਉੱਠ। ਚਾਹੇ ਤੁਸੀਂ ਪਾਪ ਦੇ ਬੋਝ ਥੱਲੇ ਹੋ, ਉੱਠ। ਪ੍ਰਭੂ ਯੇਸ਼ੂਆ ਤੁਹਾਡੇ ਪਾਪ ਨੂੰ ਧੋ ਕੇ ਤੁਹਾਨੂੰ ਨਵਾਂ ਜੀਵਨ ਦੇਣਾ ਚਾਹੁੰਦਾ ਹੈ। ਤੁਹਾਨੂੰ ਨਵਾਂ ਜੀਵਨ ਦੇਣਾ ਚਾਹੁੰਦਾ ਹੈ। ਉਹ ਜੀਵਨ ਅਬਦੀ ਜੀਵਨ, ਹਮੇਸ਼ਾ ਦਾ ਜੀਵਨ। ਪ੍ਰਭੂ ਯੇਸ਼ੂਆ ਦੇ ਵਚਨ 'ਚ ਲਿਖਿਆ ਹੈ, ਪ੍ਰਭੂ ਯੇਸ਼ੂਆ ਇਸ ਧਰਤੀ ਤੇ ਇਸ ਲਈ ਆਏ ਤਾਂ ਕਿ ਤੁਹਾਨੂੰ ਚੋਖਾ ਜੀਵਨ ਦੇ ਸਕੇ। ਹਾਲੇਲੂਇਆ। ਅਸੀਂ ਸ਼ਾਂਤੀ ਦੇ ਲਈ, ਜੀਵਨ ਦੇ ਲਈ ਬਹੁਤ ਸਾਰੇ ਰਾਹ ਦੇਖਦੇ ਹਾਂ, ਲੇਕਿਨ ਪ੍ਰਭੂ ਯੇਸ਼ੂਆ ਕਹਿੰਦਾ ਹੈ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਪਣੀ ਸ਼ਾਂਤੀ ਦੇਵਾਂਗਾ। ਹਾਲੇਲੂਇਆ। ਸਿਰਫ ਵਿਸ਼ਵਾਸ ਕਰਨ ਦੇ ਨਾਲ ਤੁਹਾਡੀ ਸਾਰੀ ਪ੍ਰੋਬਲਮ ਪ੍ਰਭੂ ਯੇਸ਼ੂਆ ਲੈ ਜਾਂਦਾ ਹੈ। ਜਿਵੇਂ ਇਸ 38 ਸਾਲਾਂ ਦੇ ਬਿਮਾਰ ਪਏ ਨੇ, ਜਿਹੜਾ ਆਪਣਾ ਜੀਵਨ ਕਹਿ ਸਕਦੇ ਆ ਤੁਸੀਂ ਕਿ 38 ਸਾਲ ਤੋਂ ਸ਼ਾਇਦ ਉਹਨੇ ਸੋਚਿਆ ਹੋਵੇ ਵੀ ਮੇਰੀ ਮੌਤ ਇਸ ਰੋਗ ਦੇ ਵਿੱਚ ਹੀ ਮਰ ਜਾਣਾ ਹੈ। ਮੈਂ ਸ਼ਾਇਦ ਅੱਜ ਤੁਸੀਂ ਵੀ ਸੋਚਦੇ ਹੋਵੋ ਕਿ ਮੈਂ ਨਸ਼ਿਆਂ ਦੇ ਵਿੱਚ ਹੀ ਮਰ ਜਾਣਾ ਹੈ। ਸ਼ਾਇਦ ਤੁਸੀਂ ਸੋਚਦੇ ਹੋਵੋ ਲੜਾਈ ਝਗੜੇ, ਗਰੀਬੀ ਔਰ ਪ੍ਰੋਬਲਮਾਂ ਦੇ ਵਿੱਚ ਹੀ ਮਰ ਜਾਣਾ ਹੈ। ਲੇਕਿਨ ਬਾਈਬਲ ਦੇ ਵਿੱਚ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਪ੍ਰਭੂ ਯੇਸ਼ੂਆ ਤੁਹਾਨੂੰ ਕਹਿ ਰਿਹਾ ਹੈ, ਆਓ, ਉਠੋ ਔਰ ਵਿਸ਼ਵਾਸ ਕਰੋ। ਵਿਸ਼ਵਾਸ ਕਰੋ, ਵਿਸ਼ਵਾਸ ਕਰੋ। ਜਦੋਂ ਹੀ ਇਸ ਵਚਨ ਨੂੰ, ਇਸ 38 ਸਾਲਾਂ ਦੇ ਜਿਹਨੂੰ ਕੋਈ ਆਸ਼ਾ ਵੀ ਨਹੀਂ, ਜਿਹਨੂੰ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਤੇ ਕੋਈ ਭਰੋਸਾ ਵੀ ਨਹੀਂ, ਜਦੋਂ ਉਹਨੇ ਉਹਦੇ ਸ਼ਬਦ ਨੂੰ ਸੁਣਿਆ ਔਰ ਬਾਈਬਲ ਦੇ ਵਿੱਚ ਲਿਖਿਆ, ਉਸੇ ਘੜੀ ਉਹ ਮਨੁੱਖ ਚੰਗਾ ਹੋ ਗਿਆ ਔਰ ਤੁਰਨ ਲੱਗਾ ਆਪਣੀ ਮੰਜੀ ਚੁੱਕ ਕੇ। ਹਾਲੇਲੂਇਆ, ਹਾਲੇਲੂਇਆ। ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਹਾਂ। ਅਸੀਂ ਕੇਵਲ, ਬਹੁਤ ਸਾਰੇ ਵਿਸ਼ਵਾਸੀ ਕੇਵਲ ਚੰਗਿਆਈ, ਛੁਟਕਾਰਾ, ਆਸ਼ੀਸ਼ਾਂ ਦੇ ਲਈ ਪਿੱਛੇ ਜਾਂਦੇ ਹਾਂ, ਲੇਕਿਨ ਬਾਈਬਲ ਦੇ ਵਿੱਚ ਜਦੋਂ ਅਸੀਂ ਅਗਲੀਆਂ ਆਇਤਾਂ ਦੇ ਵਿੱਚ 14 ਆਇਤ ਦੇ ਵਿੱਚ ਤੁਸੀਂ ਦੇਖਦੇ ਹੋ, ਬਹੁਤੀ ਵਾਰੀ ਵਿਸ਼ਵਾਸ ਕਰਕੇ ਅਸੀਂ ਚੰਗਿਆਈ ਲੈ ਲਈ, ਛੁਟਕਾਰਾ ਵੀ ਲੈ ਲਿਆ, ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਅਸੀਂ ਨਾ ਆਪਣਾ ਪੁਰਾਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬਾਈਬਲ ਦੇ ਵਿੱਚ ਲਿਖਿਆ ਹੋਇਆ, ਇਸ ਦੇ ਪਿੱਛੋਂ ਯੇਸ਼ੂਆ ਉਹਨੂੰ ਹੈਕਲ ਵਿੱਚ ਮਿਲਿਆ। ਕਿੱਥੇ ਮਿਲਿਆ? ਹੈਕਲ ਦੇ ਵਿੱਚ। ਅਸੀਂ ਆਸ਼ੀਸ਼ਾਂ ਲੈ ਕੇ ਪ੍ਰਭੂ ਯੇਸ਼ੂਆ ਤੋਂ ਪਰੇ ਹੋ ਜਾਂਦੇ ਹਾਂ। ਤੁਸੀਂ ਆਪਣੇ ਆਪ ਨੂੰ ਸੰਸਾਰ 'ਚ ਫਿਰ ਲੈ ਜਾਂਦੇ ਹੋ।
ਪਰ ਬਾਈਬਲ ਦੇ ਵਿੱਚ ਲਿਖਿਆ ਚੰਗਿਆਈ, ਛੁਟਕਾਰਾ, ਉਦਾਰ ਪਾਉਣ ਤੋਂ ਬਾਅਦ ਵਿੱਚ ਜੀਵਨ ਖਤਮ ਨਹੀਂ ਹੈ, ਉਸ ਤੋਂ ਬਾਅਦ ਚ ਜੀਵਨ ਸ਼ੁਰੂ ਹੈ। ਤੁਹਾਡਾ ਜੀਵਨ ਪ੍ਰਭੂ ਯਿਸੂਆ ਦੀ ਸੰਗਤੀ ਚ ਹੋਣਾ ਚਾਹੀਦਾ ਹੈ। ਤੁਹਾਡਾ ਜੀਵਨ ਪ੍ਰਭੂ ਯਿਸੂਆ ਦੀ ਕਲੀਸਿਆ ਚ ਹੋਣਾ ਚਾਹੀਦਾ ਹੈ, ਜਿੱਥੇ ਪ੍ਰਭੂ ਯਿਸੂਆ ਦੀ ਆਰਾਧਨਾ ਹੁੰਦੀ ਹੈ, ਜਿੱਥੇ ਪ੍ਰਭੂ ਯਿਸੂਆ ਦੇ ਨਾਮ ਦਾ ਮਹਿਮਾ ਹੁੰਦਾ ਹੈ। ਤੁਹਾਡਾ ਜੀਵਨ ਉੱਥੇ ਹੋਣਾ ਚਾਹੀਦਾ ਹੈ। ਇਹ 38 ਸਾਲਾਂ ਦਾ ਬੰਦਾ ਉੱਠ ਕੇ ਤੁਰ ਕੇ ਇੱਧਰ ਉੱਧਰ ਘੁੰਮਿਆ, ਪਰ ਉਹਨੂੰ ਯਿਸੂਆ ਕਿੱਥੇ ਮਿਲਿਆ? ਉਹਨੂੰ ਇੰਨਾ ਵੀ ਪਤਾ ਨਹੀਂ ਸੀ ਮੈਨੂੰ ਚੰਗਾ ਕਿਹਨੇ ਕੀਤਾ। ਜਦੋਂ ਤੁਸੀਂ 9 ਤੋਂ ਅਗਲੀਆਂ ਆਇਤਾਂ ਪੜ੍ਹੋਗੇ ਉੱਥੇ ਲਿਖਿਆ ਹੋਇਆ, ਉਹਨੂੰ ਪੁੱਛਿਆ ਫਰੀਸੀਆਂ ਨੇ, ਸਦੂਕੀਆਂ ਨੇ, ਭਈ ਤੈਨੂੰ ਕਿਹਨੇ ਚੰਗਾ ਕਰਤਾ? ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਕਈ ਵਾਰ ਇਸੇ ਤਰ੍ਹਾਂ ਵਿਸ਼ਵਾਸੀਆਂ ਦੇ ਜੀਵਨ 'ਚ ਵੀ ਹੈ, ਭਈ ਤੈਨੂੰ ਕਿਹਨੇ ਚੰਗਾ ਕੀਤਾ? ਫਲਾਨੀ ਜਗ੍ਹਾ ਤੇ ਮੈਂ ਗਿਆ ਸੀ, ਉੱਥੇ ਪਾਸਟਰ ਨੇ ਹੱਥ ਰੱਖਿਆ, ਮੈਂ ਚੰਗਾ ਹੋ ਗਿਆ। ਪਾਸਟਰ ਦਾ ਪਤਾ ਹੈ, ਪਰ ਪ੍ਰਭੂ ਯਿਸੂਆ ਦਾ ਪਤਾ ਨਹੀਂ। ਚੰਗਿਆਈ ਲਈ ਘਰ ਵਿੱਚ ਆਪਣਾ ਪੁਰਾਣਾ ਜੀਵਨ, ਛੁਟਕਾਰਾ ਲਿਆ ਆਪਣਾ ਘਰ ਵਿੱਚ ਪੁਰਾਣਾ ਜੀਵਨ, ਪਰ ਬਾਈਬਲ 'ਚ ਲਿਖਿਆ ਪ੍ਰਭੂ ਯਿਸੂਆ ਤੁਹਾਨੂੰ ਸੰਗਤੀ ਵਿੱਚ ਹੀ ਮਿਲੇਗਾ, ਪ੍ਰਭੂ ਯਿਸੂਆ ਤੁਹਾਨੂੰ ਹੈਕਲ ਵਿੱਚ ਹੀ ਮਿਲੇਗਾ, ਪ੍ਰਭੂ ਯਿਸੂਆ ਤੁਹਾਨੂੰ ਉਹਦੀ ਕਲੀਸਿਆ ਵਿੱਚ ਹੀ ਮਿਲੇਗਾ। ਹਾਲੇਲੂਇਆ। ਔਰ ਉਸ ਨੂੰ ਪ੍ਰਭੂ ਯਿਸੂਆ ਨੇ ਕੀ ਕਿਹਾ? ਵੇਖ ਤੂੰ ਚੰਗਾ ਹੋ ਗਿਆ ਹੈ, ਦੇਖ ਤੇਰੇ ਪਾਪ ਮਾਫ ਹੋ ਗਏ ਹਨ, ਦੇਖ ਤੇਰੀ ਬਿਮਾਰੀ ਤੈਨੂੰ ਛੱਡ ਕੇ ਚਲੀ ਗਈ ਹੈ, ਦੇਖ ਤੈਨੂੰ ਫਿਰ ਤੂੰ ਹੁਣ ਤੰਦਰੁਸਤ ਹੈ। ਫਿਰ ਅਗਲੀ ਆਇਤ ਵਿੱਚ ਲਿਖਿਆ ਹੈ ਇਸੇ ਵਿੱਚ, ਫਿਰ ਪਾਪ ਨਾ ਕਰੀ, ਕਿਤੇ ਇਉਂ ਨਾ ਹੋਵੇ ਜੋ ਇਸ ਨਾਲੋਂ ਵੀ ਕੋਈ ਬੁਰੀ ਵਿਪਤਾ ਤੇਰੇ ਉੱਤੇ ਆ ਪਵੇ। ਹਾਲੇਲੂਇਆ। ਛੁਟਕਾਰਾ ਲੈਣਾ ਸੌਖਾ ਹੈ, ਆਸ਼ੀਸ਼ ਲੈਣੀ ਸੌਖੀ ਹੈ, ਪਰ ਉਸ ਨੂੰ ਸੰਭਾਲਣਾ ਬਹੁਤ ਹੀ ਔਖਾ ਹੈ। ਇੱਥੇ ਪ੍ਰਭੂ ਯਿਸੂਆ ਆਪ ਕਹਿ ਰਹੇ ਹਨ, ਯਾਦ ਰੱਖੋ ਮੇਰੇ ਮੂੰਹ ਦੇ ਸ਼ਬਦ ਨਹੀਂ, ਕਿਸੇ ਹੋਰ ਬੰਦੇ ਦੇ ਸ਼ਬਦ ਨਹੀਂ, ਯਹੂਨਾ ਲਿਖਣ ਵਾਲੇ ਦੇ ਸ਼ਬਦ ਨਹੀਂ, ਪ੍ਰਭੂ ਯਿਸੂਆ ਦੇ ਸ਼ਬਦ, ਭਈ ਫਿਰ ਪਾਪ ਨਾ ਕਰੀ, ਫਿਰ ਪਾਪ ਨਾ ਕਰੀ। ਇਸ ਤਰ੍ਹਾਂ ਨਾ ਹੋਵੇ ਕਿ ਤੇਰੀ ਬਿਪਤਾ ਪਹਿਲਾਂ ਨਾਲੋਂ ਵੀ ਜ਼ਿਆਦੀ ਹੋ ਜਾਵੇ। ਉਸ ਨੂੰ ਸੰਭਾਲਣ ਦਾ, ਉਸ ਨੂੰ ਸਿਕਿਉਰ ਕਰਨ ਦਾ ਇੱਕੋ ਹੀ ਤਰੀਕਾ ਹੈ, ਪ੍ਰਭੂ ਯਿਸੂਆ ਦੇ ਨਾਲ ਰਿਸ਼ਤਾ ਬਣਾਉਣਾ, ਪ੍ਰਭੂ ਯਿਸੂਆ ਦੇ ਨਾਲ ਸੰਬੰਧ ਬਣਾਉਣਾ, ਪ੍ਰਭੂ ਯਿਸੂਆ ਦੇ ਵਚਨਾਂ ਦੇ ਉੱਤੇ ਆਪਣਾ ਜੀਵਨ ਲੈ ਕੇ ਆਉਣਾ। ਫਿਰ ਉਹ ਚੀਜ਼ਾਂ ਤੁਹਾਡੇ ਜੀਵਨ 'ਚ ਬਾਹਰ ਦੁਬਾਰਾ ਨਹੀਂ ਆਉਣਗੀਆਂ। ਹਾਲੇਲੂਇਆ, ਹਾਲੇਲੂਇਆ। ਇਸ ਤਰ੍ਹਾਂ ਦਾ ਲਿਖਿਆ ਹੋਇਆ ਕਿ ਇਸ ਤੋਂ ਵੱਧ ਕੇ, ਇਸ ਨਾਲੋਂ ਵੀ ਕੋਈ ਬੁਰੀ ਬਿਪਤਾ। ਉਸ ਦਾ ਕਹਿਣ ਦਾ ਮਤਲਬ ਕੀ ਹੈ? ਅਗਰ ਅੱਜ 1 ਲੱਖ ਦੇ ਤੁਸੀਂ ਕਰਜ਼ਾਈ ਹੋ, ਅਗਰ ਤੁਸੀਂ ਪ੍ਰਭੂ ਯਿਸੂਆ ਨੇ ਤੁਹਾਨੂੰ ਆਜ਼ਾਦ ਕਰ ਦਿੱਤਾ, ਤਾਂ ਅਗਰ ਉਹੀ ਪੁਰਾਣਾ ਜੀਵਨ ਬਤੀਤ ਕਰੋਗੇ ਤਾਂ ਸੋਚ ਕੇ ਦੇਖੋ ਇਸ ਨਾਲੋਂ ਬੁਰਾ ਕੀ ਹੋ ਜਾਏਗਾ। ਫਿਰ 1 ਲੱਖ ਤੋਂ ਕਿੰਨਾ ਹੋ ਜਾਏਗਾ। ਹਾਲੇਲੂਇਆ। ਸੋ ਪ੍ਰਭੂ ਯਿਸੂਆ ਤੁਹਾਨੂੰ ਬਲੈਸ ਕਰਦਾ ਹੈ, ਉਸ ਨੂੰ ਆਪਣੇ ਜੀਵਨ ਦੇ ਵਿੱਚ ਪਹਿਲਾ ਸਥਾਨ ਦਿਓ। ਪ੍ਰਭੂ ਯਿਸੂਆ ਨੂੰ ਆਪਣਾ ਜੀਵਨ ਦੇ ਕੇ ਉਸ ਦੇ ਨਾਲ ਜੁੜੇ ਰਹੋ, ਉਸ ਦੇ ਵਿੱਚ ਵਧਦੇ ਰਹੋ। ਪ੍ਰਭੂ ਦਾ ਵਚਨ ਕਹਿੰਦਾ ਹੈ, ਜਿਹੋ ਜਿਹਾ ਮੈਂ ਹਾਂ ਐਸੇ ਬਣੋ, ਆਪਣੇ ਆਪ ਨੂੰ ਪ੍ਰਭੂ ਯਿਸੂਆ ਦੇ ਜੈਸਾ ਬਣਾਓ। ਕਿਸੇ ਮਨੁੱਖ ਵਰਗਾ ਨਹੀਂ, ਪ੍ਰਭੂ ਯਿਸੂਆ ਜਿਹਾ। ਹਾਲੇਲੂਇਆ। ਪ੍ਰਭੂ ਯਿਸੂਆ ਅੱਜ ਤੁਹਾਡੇ ਜੀਵਨ ਨੂੰ ਬਦਲਣਾ ਚਾਹੁੰਦੇ ਹਨ, ਅੱਜ ਤੁਹਾਡੇ ਜੀਵਨ ਦੇ ਵਿੱਚ ਚੰਗਿਆਈ ਲੈ ਕੇ ਆਉਣਾ ਚਾਹੁੰਦੇ ਹਨ, ਅੱਜ ਤੁਹਾਡੇ ਜੀਵਨ ਦੇ ਵਿੱਚ ਪ੍ਰਭੂ ਯਿਸੂਆ ਇੱਕ ਸੰਬੰਧ ਬਣਾਉਣਾ ਚਾਹੁੰਦੇ ਹਨ। ਅਗਰ ਤੁਸੀਂ ਪ੍ਰਭੂ ਯਿਸੂਆ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਹੋ, ਤਾਂ ਜਿਵੇਂ ਪ੍ਰਭੂ ਦੇ ਵਚਨ 'ਚ ਲਿਖਿਆ, ਉੱਠ ਆਪਣੀ ਮੰਜੀ ਚੁੱਕ ਕੇ ਤੁਰ। ਅੱਜ ਆਪਣਾ ਸਾਰਾ ਬੋਝ ਛੱਡ ਕੇ, ਅੱਜ ਆਪਣੇ ਸਾਰੇ ਪਾਪ ਦਾ ਇਕਰਾਰ ਕਰਕੇ, ਅੱਜ ਸਾਰੀਆਂ ਗੱਲਾਂ ਤੋਂ ਤੌਬਾ ਕਰਕੇ, ਅੱਜ ਉੱਠ ਕੇ ਇੱਕ ਨਿਰਣੇ ਲਓ, ਪ੍ਰਭੂ ਯਿਸੂਆ ਮੈਂ ਪਾਪ ਦੇ ਵਿੱਚ ਜੀਵਨ ਬਿਤਾਇਆ, ਪਰ ਮੈਂ ਅੱਜ ਸੁਣਿਆ ਕਿ ਤੁਸੀਂ ਮੈਨੂੰ ਪਾਪ ਤੋਂ ਮੁਕਤ ਕਰਨ ਦੇ ਲਈ ਇਸ ਧਰਤੀ ਦੇ ਉੱਤੇ ਆ ਕੇ ਆਪਣਾ ਜੀਵਨ ਬਲੀਦਾਨ ਕਰ ਦਿੱਤਾ। ਮੈਂ ਵਿਸ਼ਵਾਸ ਕਰਦਾ ਹਾਂ ਔਰ ਮੈਂ ਆਪਣਾ ਜੀਵਨ ਤੁਹਾਡੇ ਨਾਲ ਬਿਤਾਉਣਾ ਚਾਹੁੰਦਾ ਹਾਂ। ਹਾਲੇਲੂਇਆ। ਆਪਣੇ ਆਪ ਨੂੰ ਪ੍ਰਭੂ ਯਿਸੂਆ ਦੇ ਸਮਰਪਣ ਕਰੋ ਔਰ ਆਓ ਆਪਾਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਆਓ ਆਪਣੇ ਆਪ ਨੂੰ ਪ੍ਰਭੂ ਯਿਸੂਆ
ਹਾਂ ਮਸੀਹਾ ਜੀ ਦੇ ਸਮਰਪਣ ਕਰਦੇ ਹਾਂ। ਆਪਣਾ ਜੀਵਨ ਪ੍ਰਭੂ ਯੇਸ਼ੂਆ ਦੇ ਅਧੀਨ ਕਰੋ, ਆਪਣੇ ਆਪ ਨੂੰ ਪ੍ਰਭੂ ਯੇਸ਼ੂਆ ਹਾਂ ਮਸੀਹਾ ਜੀ ਦੇ ਅਧੀਨ ਕਰੋ। ਅਗਰ ਤੁਸੀਂ ਪਾਪ ਤੋਂ ਥੱਕ ਚੁੱਕੇ ਹੋ, ਬੋਝ ਤੋਂ ਥੱਕ ਚੁੱਕੇ ਹੋ, ਅਗਰ ਤੁਸੀਂ ਵੀ ਉਸ ਪਾਪ ਦੇ ਬੋਝ ਨੂੰ ਲੈ ਕੇ ਜਾ ਕੇ ਲੰਬੇ ਸਮੇਂ ਤੋਂ ਆਪਣਾ ਜੀਵਨ ਬਤੀਤ ਕਰ ਰਹੇ ਹੋ, ਤਾਂ ਅੱਜ ਪ੍ਰਭੂ ਯੇਸ਼ੂਆ ਤੁਹਾਨੂੰ ਕਹਿ ਰਿਹਾ ਹੈ, ਪਾਪ ਨੂੰ ਛੱਡ ਕੇ ਪ੍ਰਭੂ ਯੇਸ਼ੂਆ ਦੇ ਨਾਲ ਆਪਣਾ ਜੀਵਨ ਬਤੀਤ ਕਰੋ। ਅੱਜ ਇੱਕ ਨਿਰਣੇ ਲਓ, ਆਪਣੇ ਜੀਵਨ ਦੇ ਵਿੱਚ ਇੱਕ ਨਿਰਣੇ ਲਓ ਕਿ ਪ੍ਰਭੂ ਯੇਸ਼ੂਆ, ਮੈਂ ਅੱਜ ਤੱਕ ਤੁਹਾਡੇ ਖਿਲਾਫ ਉਹ ਕੰਮ ਕੀਤੇ ਜੋ ਮੈਂ ਆਪਣੇ ਮਨ ਦੇ ਵਿਚਾਰਾਂ ਦੁਆਰਾ ਕਰਨਾ ਚਾਹੁੰਦਾ ਸੀ, ਪਰ ਅੱਜ ਪ੍ਰਭੂ ਯੇਸ਼ੂਆ, ਮੈਂ ਤੁਹਾਡੇ ਪਵਿੱਤਰ ਵਚਨ ਨੂੰ ਸੁਣਿਆ ਹੈ ਕਿ ਤੁਸੀਂ ਮੇਰੇ ਖਾਤਰ, ਮੇਰੇ ਪਾਪ ਦੇ ਬਦਲੇ ਤੁਸੀਂ ਮੈਨੂੰ ਪਿਆਰ ਕੀਤਾ ਔਰ ਮੇਰੇ ਮੌਤ ਦੇ ਬਦਲੇ ਆਪ ਮੌਤ ਲੈ ਕੇ ਮੈਨੂੰ ਜੀਵਨ ਦਿੱਤਾ। ਮੇਰੇ ਪੈਰਾਂ ਦੇ ਕੰਡਿਆਂ ਨੂੰ ਤੁਸੀਂ ਆਪਣੇ ਸਿਰ ਦਾ ਤਾਜ ਬਣਾ ਲਿਆ। ਮੇਰੀਆਂ ਲਾਨਤਾਂ ਦਾ ਕਰਕੇ ਤੁਸੀਂ ਆਪਣੇ ਮੂੰਹ ਦੇ ਉੱਤੇ ਥੁਕਵਾ ਲਿਆ। ਮੈਂ ਆਪਣੇ ਆਪ ਨੂੰ ਪ੍ਰਭੂ ਯੇਸ਼ੂਆ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦਾ ਹਾਂ। ਮੈਂ ਆਪਣੇ ਪਾਪ ਤੋਂ ਤੌਬਾ ਕਰਦਾ ਹਾਂ। ਮੈਂ ਆਪਣੇ ਸਾਰੇ ਕੰਮਾਂ ਤੋਂ ਤੌਬਾ ਕਰਦਾ ਹਾਂ ਔਰ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਗੁਨਾਹ ਕੀਤੇ। ਪਰ ਅੱਜ ਤੁਹਾਡੇ ਤੋਂ ਮੈਂ ਦਇਆ ਚਾਹੁੰਦਾ ਹਾਂ, ਮਾਫੀ ਚਾਹੁੰਦਾ ਹਾਂ, ਕਿਰਪਾ ਚਾਹੁੰਦਾ ਹਾਂ, ਤਾਂ ਕਿ ਮੈਂ ਆਪਣੇ ਪਾਪ ਤੋਂ ਮੁਕਤ ਹੋ ਕੇ ਉਸ ਮੌਤ ਤੋਂ ਛੁਟਕਾਰਾ ਪਾ ਕੇ ਮੈਂ ਤੁਹਾਡੇ ਨਾਲ ਹਮੇਸ਼ਾ ਦਾ ਜੀਵਨ ਬਤੀਤ ਕਰਾਂ। ਪ੍ਰਾਰਥਨਾ ਕਰ ਸਕਦੇ ਹੋ ਤੁਸੀਂ ਆਪਣੇ ਮਨ ਵਿੱਚ, ਜੋ ਵੀ ਸ਼ਬਦ ਤੁਹਾਨੂੰ ਪਰਮੇਸ਼ਵਰ ਦੇ ਰਹੇ ਹਨ, ਜੋ ਵੀ ਪ੍ਰਭੂ ਯੇਸ਼ੂਆ ਤੁਹਾਨੂੰ ਦੇ ਰਹੇ ਹਨ, ਉਹਨਾਂ ਸ਼ਬਦਾਂ ਦੇ ਦੁਆਰਾ ਤੁਸੀਂ ਪ੍ਰਾਰਥਨਾ ਕਰੋ, ਆਪਣੇ ਆਪ ਨੂੰ ਸਮਰਪਣ ਕਰੋ, ਆਪਣੇ ਆਪ ਨੂੰ ਪ੍ਰਭੂ ਯੇਸ਼ੂਆ ਦੇ ਅਧੀਨ ਕਰਕੇ। ਅਗਰ ਤੁਹਾਡਾ ਮਨ ਭਰਿਆ ਹੋਇਆ ਹੈ ਕਿ ਮੈਂ ਪਾਪ ਦੇ ਨਾਲ ਆਪਣਾ ਜੀਵਨ ਬਤਾਇਆ, ਅੱਜ ਮੌਕਾ ਹੈ, ਤੌਬਾ ਕਰੋ, ਤੌਬਾ ਕਰੋ, ਇਕਰਾਰ ਕਰੋ ਆਪਣੇ ਗੁਨਾਹਾਂ ਦਾ। वचन 'ਚ ਲਿਖਿਆ, ਮੂੰਹ ਤੋਂ ਆਪਣੇ ਦਿਲ ਤੋਂ ਵਿਸ਼ਵਾਸ ਕਰੋ ਔਰ ਮੂੰਹ ਤੋਂ ਅੰਗੀਕਾਰ ਕਰੋ, ਤਾਂ ਪ੍ਰਭੂ ਯੇਸ਼ੂਆ ਤੁਹਾਡੇ ਪਾਪ ਮਾਫ ਕਰ ਦੇਣਗੇ। ਉਸ ਦਾ ਲਹੂ ਸਾਡੇ ਸਾਰੇ ਪਾਪ ਨੂੰ ਧੋ ਕੇ ਸ਼ੁੱਧ ਕਰਦਾ ਹੈ। ਉਸ ਦੇ ਲਹੂ ਦੇ ਵਿੱਚ ਛੁਟਕਾਰਾ ਹੈ। ਪ੍ਰਭੂ ਯੇਸ਼ੂਆ ਦੇ ਲਹੂ ਦੇ ਵਿੱਚ ਰਿਹਾਈ ਹੈ। ਤੁਹਾਡੇ ਪਾਪਾਂ ਨੂੰ ਧੋ ਕੇ ਸ਼ੁੱਧ ਕਰਦਾ ਹੈ। ਬਾਈਬਲ ਦੇ ਵਿੱਚ ਲਿਖਿਆ, ਤੁਹਾਡੇ ਪਾਪ ਚਾਹੇ ਕਿੰਨੇ ਵੀ ਗੂੜੇ ਰੰਗ ਦੇ ਹੋਣ, ਉਹ ਤੁਹਾਨੂੰ ਬਰਫ਼ ਦੀ ਨਿਆਈ ਚਿੱਟੇ ਤੇ ਸਾਫ਼ ਕਰ ਦੇਗਾ। ਉਹ ਤੁਹਾਡੇ ਅੰਦਰ ਨਵਾਂ ਆਤਮਾ ਔਰ ਮਾਸ ਦਾ ਦਿਲ ਭਰ ਦੇਗਾ। ਅੱਜ ਤੁਹਾਡਾ ਦਿਨ ਹੈ ਛੁਟਕਾਰੇ ਦਾ, ਅੱਜ ਤੁਹਾਡਾ ਦਿਨ ਹੈ ਚੰਗਿਆਈ ਦਾ ਹੈ, ਅੱਜ ਦਾ ਦਿਨ ਤੁਹਾਡੇ ਉਧਾਰ ਦਾ ਦਿਨ ਹੈ। ਤੌਬਾ ਕਰੋ, ਇਕਰਾਰ ਕਰੋ, ਇਹ ਰਿਸ਼ਤਾ ਪ੍ਰਭੂ ਯੇਸ਼ੂਆ ਨਾਲ ਦੁਬਾਰਾ ਬਣਾ ਲਓ, ਦੁਬਾਰਾ ਬਣਾ ਲਓ। थैंक यू यीशु। सारे दुनिया तेरी है, सब कुछ तूने रचाया है। अपने रचेता परमेश्वर ਨੂੰ याद करो, मुझको भी जिसने ये संसार बनाया और ਤੁਹਾਨੂੰ बनाया, जिसने अपने सूरत ਤੁਹਾਨੂੰ ਦਿੱਤੀ, ਆਪਣਾ ਆਤਮਾ, ਆਪਣਾ ਸਾਹ ਫੂਕ ਕੇ ਤੁਹਾਨੂੰ ਨਵਾਂ ਜੀਵਨ ਦਿੱਤਾ। तौबा करो, इकरार करो और विश्वास के नाल अपना जीवन प्रभु यीशु दे समर्पण कर दो। क्या ला सकता हूं, कहता तुझे बस शुक्रिया। प्रभु यीशु हा मसीहा दे नाम दे विच जिन्हां ने भी पिता जी तुहाडे अगे ਅੱਜ ਤੌਬਾ ਦੇ ਲਈ ਪ੍ਰਾਰਥਨਾ ਕੀਤੀ ਹੈ, ਤੁਹਾਡੇ ਅੱਗੇ ਆਪਣੇ ਮਨ ਨੂੰ ਝੁਕਾ ਦਿੱਤਾ ਹੈ, ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਹੈ, ਆਪਣਾ ਜੀਵਨ ਤੁਹਾਡੇ ਨਾਲ ਬਿਤਾਉਣ ਦੇ ਲਈ ਪ੍ਰਭੂ ਯੇਸ਼ੂਆ ਜਿਨ੍ਹਾਂ ਨੇ ਵੀ ਨਿਰਣੇ ਲਿਆ ਹੈ, ਇਸੇ ਵਕਤ ਪ੍ਰਭੂ ਯੇਸ਼ੂਆ ਦੇ ਨਾਮ ਦੇ ਵਿੱਚ ਅਸੀਂ ਬਲੈਸ ਕਰਦੇ ਹਾਂ, ਉਹਨਾਂ ਦੇ ਰੋਗਾਂ ਨੂੰ ਦੂਰ ਕਰਦੇ ਹਾਂ, ਉਹਨਾਂ ਦੀ ਸਾਰੀ ਪ੍ਰੋਬਲਮ ਯੇਸ਼ੂਆ ਦੇ ਨਾਮ 'ਚ ਛੱਡ ਕੇ ਚਲੀ ਜਾਏ। ਹਰ ਤਰ੍ਹਾਂ ਦਾ ਦੁਸ਼ਟ ਆਤਮਾ ਯੇਸ਼ੂਆ ਹਮ ਮਸੀਹਾ ਦੇ ਨਾਮ 'ਚ ਛੱਡ ਕੇ ਚਲਾ ਜਾਏ। हर तरह की गूंगी बोली आत्मा, हर तरह का बीमारी का आत्मा
हर तरह की शुगर का आत्मा, हर तरह के खून का बीमारी का आत्मा, हर तरह वो गर्भ सुटन वाला आत्मा, घर दे विच लड़ाई झगड़ा कराने वाला आत्मा, इसे वक्त मैं हुक्म करता हाँ छड़ दे। यीशु मसीह के नाम च असीं हुक्म करते हाँ, आउट इन द नेम ऑफ यीशु। हर तरह के रोग इन्हां दे घरां दे विचों चले जाण, बाहर निकल जाण। प्रभु यीशु मसीह दा लहू छिड़कदे हां जवान मुंडे और कुड़ियां दे उत्ते, जो भी प्रभु यीशु उन्हां नूं आत्मा गुमराह करने वाला जीवन उन्हां नूं प्रभु यीशु शैतान दी शक्ति दे रही है, इसे वक्त ओदे हत्थां दे विचों असीं छड़ाउंदे हां। हर तरह का नशे का आत्मा, हर तरह गुमराह करने वाला आत्मा छड़ के चला जाए। वो बुजुर्ग मां बाप नूं जो बच्चे इज्जत नहीं दिंदे, प्रभु यीशु अज असीं उन्हां लई प्रार्थना करते हाँ, यीशु मसीह के नाम दे विच उन्हां दे मनां नूं बदल करो और उन्हां नूं प्रभु यीशु प्यार दा दिल दिओ, इज्जत दा दिल दिओ और उन्हां दे परिवार दे विच शांति और खुशी आउण दिओ। प्रभु यीशु मसीह के नाम च असीं बेरोजगारां दे लई प्रार्थना करते हाँ, जो कोई बेरोजगार है प्रभु यीशु के नाम दे विच उहदे रस्ते खुल जाण। प्रभु जी असीं धन्नवाद करते हैं प्रभु जी, इस समय दे विच जो भी प्रभु यीशु तुहाडे अगे अपने सिर चुकाई खड़े और बैठे हैं प्रभु जी, उन्हां नूं ब्लैस करो, उन्हां दे उत्ते अपनी आत्मा की शक्ति आउण दिओ प्रभु यीशु, ताकि वो तुहाडे राहां दे उत्ते चल सकन, उन्हां दे जीवन दे विच तुहाडे पवित्र नाम की महिमा हो सके। प्रभु जी असीं धन्नवाद करते हैं प्रभु यीशु, मैं भाई टीनू दे लई, भाई संदीप दे लई और ये सारिया चीज़ों के लिए प्रभु यीशु धन्नवाद करता हाँ, जो इस आराधना दे विच, इस बंदगी दे विच प्रभु यीशु जो अपने काम नूं पूरा कर रहे हैं। प्रभु जी पास्टर डैनियल जी के लिए प्रार्थना करते हाँ, जो खुदावंद यीशु के नाम दे विच प्रभु यीशु ब्लैस हैं, उन्होंने होर भी उन्होंने परिवार को ब्लैस करो प्रभु यीशु, जो सानू देख रहे हैं सुन रहे हैं उन्होंने जीवन दे विच भी प्रभु यीशु बहुत सारी खुशी और आशीष लेके आओ। प्रभु जी सारा आदर महिमा से तुहानू ही देते हाँ, प्रभु यीशु हम मसीहा जी के पवित्र नाम चो मंगते हाँ, आमीन आमीन। आओ असीं आशीष पाउंदे हाँ। हुण प्रभु पिता का प्रेम, पवित्र आत्मा की संगत और प्रभु यीशु का प्यार हुण तो लैके प्रभु यीशु हम मसीहा जी के दोबारा होने तक साडे सब दे नाल रहे। सब जन मिलकर कहें आमीन आमीन हालेलुया। प्रभु तुहानू बहुत सारी आशीष और बरकत देन। अगे आने वाले समय तक अपने आप को प्रभु के हवाले करें, प्रार्थना दे विच रहें। सबनों जय मसीह दी। गॉड ब्लेस यू ऑल। थैंक यू।